ਹੁਣ मैं बेनती करूँगा भाई दिलप्रीत सिंह जी दमदमी टकसाल वालियां नूं तकरीबन वो 40 मिनट के वास्ते आप संगतां नूं कथा दे नाल निहाल करनगे। वाहिगुरू जी का खालसा वाहिगुरू जी की फतेह। कमाले करामात कायम करीम रज़ा बख्श राजुक रहा कुन रहीम अमा बख्श बख्शंद दस्तगीर खता बख्श रोज़ी देहो दिल पजीर शहनशाह खूबी देहो रहनमो के बेगुना बेचूना चूबे नमो ना साजो ना बाजो ना फौजो ना फर्श खुदा बंद बख्शिंद ऐशो अरश ना साजो ना बाजो ना फौजो ना फर्श खुदा बंद बख्शिंद ऐशो अरश। चौवर छतर तख्त दे मालक धन सतगुरु श्री गुरु ग्रंथ साहिब सच्चे पातशाह जिन्हां सतगुरां दी अपार रहमत किरपा दे नाल 84 लाख जूना सुवास लै रहीआं ने। ऐसे सतगुरां दी रहनुमाई दे हेठ इकत्रित होए सजे बैठे हाँ। सब तो पहला कलगीधर पातशाह जियां दी बख्शिश कीती फतेह दी सांझ पाउणा करिए मिल के आखिए जी वाहिगुरू जी का खालसा वाहिगुरू जी की फतेह। नौजवान वीरां ने बड़ा ही उपराला करके ये जिहड़े धार्मिक समागम उलीके ने 4 साहिबजादे माता गुजर कौर जी ते होर बेअंत क्योंकि कोई गिणती नहीं केवल ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਉਹ ਨਹੀਂ ਜਿਹੜੇ ਆਨੰਦਪੁਰ ਦੇ ਕਿਲੇ ਤੋਂ ਲੈ ਕਰਕੇ ਸਰਸਾ ਕੰਢੇ ਤੱਕ ਸ਼ਹੀਦ ਹੋਏ ਨੇ ਸਰਸਾ ਦੇ ਵਹਾਅ ਦੇ ਵਿੱਚ ਵਹਾਏ ਗਏ ਨੇ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰਤ ਹੋਏ ਸਜੇ ਬੈਠੇ ਹਨ ਤੇ ਸੱਚੇ ਪਾਤਸ਼ਾਹ ਜੀਆਂ ਦੇ दरों घरों वरसाए हुए महापुरख ब्रह्म ज्ञानी भाई गुरदास जी अपनी रचना दे विच लिखदे ने भी जेड़े वीर जेड़े सज्जण जेड़े गुरसिख प्यारे सतगुरां दे याद दे अंदर जां सतगुरां दे प्यारियां दी याद दे विच ऐसे धार्मिक उपराले करते ने समागम उलीकते ने भाई गुरदास जी कहते उन्हां तो मैं वारे जाना हाँ उन्हां गुरसिखां दे उपरों मैं वार वार वारे जाना हाँ
ਜਿਹੜੇ ਭਾਉ ਭਗਤ ਗੁਰਪੁਰਬ ਕਰਨ ਦੇ। ਬਲਹਾਰੀ ਤਿਨ ਗੁਰ ਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ। ਉਹਨਾਂ ਸੱਜਣਾ ਤੋਂ ਮੈਂ ਵਾਰੇ ਜਾਣਾ ਜਿਹੜੇ ਸਤਿਗੁਰਾਂ ਦੇ ਪਿਆਰਿਆਂ ਦੀਆਂ ਯਾਦਾਂ ਮਨਾਉਂਦੇ ਨੇ, ਸਤਿਗੁਰਾਂ ਦੀਆਂ ਯਾਦਾਂ ਮਨਾਉਂਦੇ ਨੇ, ਉਹਨਾਂ ਤੋਂ ਬਲਹਾਰ ਨੇ ਜਾਣਾ ਹਾਂ। ਸੋ ਇਹਨਾਂ ਵੀਰਾਂ ਨੇ ਸਤਿਗੁਰਾਂ ਦੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਸਮਾਗਮ ਉਲੀਕੇ ਨੇ, ਬੜਾ ਉਪਰਾਲਾ ਕੀਤਾ। ਪਰ ਦੁੱਖ ਦੀ ਗੱਲ ਇਹ ਆ ਕਿ ਅਸੀਂ ਇਹਨਾਂ ਦਾ ਮਿਲ ਕੇ ਸਾਥ ਨਹੀਂ ਦਿੱਤਾ। ਜਿੰਨਿਆਂ ਨੇ ਸਾਥ ਦਿੱਤਾ ਸਿਰ ਮੱਥੇ ਆ। ਪਰ ਇਸ ਗੱਲ ਤੋਂ ਸਾਬਤ ਇਹ ਹੁੰਦਾ ਏ ਕਿ ਸਾਡੇ ਘਰਾਂ ਦੇ ਵਿੱਚ ਕਲਯੁਗ ਦੇ ਪਹਿਰੇ ਜਿਹੜੇ ਬੜੇ ਪ੍ਰਚਲਿਤ ਹੋ ਗਏ ਨੇ, ਕਿਉਂਕਿ ਸਤਿਗੁਰਾਂ ਦੀ ਯਾਦ ਦੇ ਵਿੱਚ ਅਸੀਂ ਮਿਲ ਕੇ ਬੈਠਣਾ ਨਹੀਂ ਚਾਹੁੰਦੇ। ਇਸ ਲਈ ਫਿਰ ਤਾਂ ਜਿਹੜੇ ਸਮਾਗਮ ਦੇ ਵਿੱਚ ਨਹੀਂ ਆਏ, ਕਹਿਣ ਨੂੰ ਤੇ ਗੱਲ ਕੌੜੀ ਲੱਗੇਗੀ, ਪਰ ਜਿਹੜੇ ਸਮਾਗਮ ਦੇ ਵਿੱਚ ਨਹੀਂ ਪੁੱਜੇ, ਸਤਿਗੁਰਾਂ ਦੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਨਹੀਂ ਆਏ, ਇਹਦਾ ਮਤਲਬ ਹੈ ਕਿ ਅਸੀਂ ਗੁਰੂ ਘਰ ਦੇ ਦੋਖੀਆਂ, ਭਾਵ ਅਸੀਂ ਗੰਗੂ ਦੀਆਂ ਔਲਾਦਾਂ ਨੇ, ਜਿਹੜੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਨਹੀਂ ਪੁੱਜਦੇ। ਕਿਉਂਕਿ ਇਹ ਤੋਂ ਕਹਿਣ ਤੋਂ ਭਾਵ ਇਹ ਆ ਕਿ ਜੇ ਕਿਤੇ ਅਸੀਂ ਆਪਣੇ ਘਰ ਦੇ ਵਿੱਚ ਕੋਈ ਸੁੱਖਾਂ ਦਾ ਜਾਂ ਦੁੱਖਾਂ ਦਾ ਕੋਈ ਸਮਾਗਮ ਉਲੀਕਦੇ ਆ, ਜਿਹਨੂੰ ਸੱਦਾ ਦਿੱਤਾ ਜੇ ਉਹ ਨਾ ਆਵੇ ਨਾ, ਇਹਦਾ ਤੇ ਇਹ ਮਤਲਬ ਹੈ ਨਾ ਹਿਰਦੇ ਦੇ ਵਿੱਚ ਖਾਰ ਏ ਤੇ ਸਮੂਹ ਨਗਰ ਨੂੰ ਸੱਦਾ ਦਿੱਤਾ ਪਰ ਪੁੱਜਣਾ ਨਹੀਂ। ਇਹਦਾ ਮਤਲਬ ਅਸੀਂ ਗੁਰੂ ਘਰ ਦੇ ਦੋਖੀ ਹਾਂ। ਗੁਰੂ ਘਰ ਦੇ ਨਾਲ ਵੈਰ ਕਮਾਉਣਾ ਬੜਾ ਔਖਾ ਪੈ ਜਾਂਦਾ ਹੈ। ਇਸ ਲਈ ਫਿਰ ਵੀ ਗੁਰੂ ਘਰ ਦੇ ਦੋਖੀ ਨਾ ਬਣੀਏ। ਉਹ ਤਾਂ ਗੁਰੂ ਸਿੱਖਾਂ ਨੇ ਉੱਥੇ ਆਨੰਦਪੁਰ ਦੇ ਕਿਲੇ ਦੇ ਵਿੱਚ ਵਧਾਵੇ ਲਿਖੇ ਸਨ, ਭੁੱਖਾਂ ਤੋਂ ਅੱਕ ਕਰਕੇ, ਦੁੱਖਾਂ ਤੋਂ ਅੱਕ ਕਰਕੇ। ਪਰ ਸਾਨੂੰ ਤਾਂ ਇੱਥੇ ਸਭ ਕੁਝ ਮਿਲਦਾ ਸੀ, ਵਧਾਵੇ ਦੇ ਕੇ ਘਰ ਹੀ ਬੈਠੇ। ਪਰ ਵਧਾਵੇ ਦੇਣ ਵਾਲੇ ਰੁੱਲ ਜਾਂਦੇ ਨੇ, ਵਧਾਵੇ ਨਾ ਦਈਏ ਸਤਿਗੁਰਾਂ ਨੂੰ। ਇਸ ਲਈ ਫਰਜ਼ੰਦਾਂ ਦੀ ਯਾਦ ਦੇ ਵਿੱਚ ਆ ਕੇ ਸਤਿਗੁਰਾਂ ਦੀ ਰਹਿਨੁਮਾਈ ਦੇ ਹੇਠ ਸੱਜ ਕੇ ਬਹੀਏ। ਆਓ ਜਿੰਨਾ ਕੁ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਕਲਗੀਧਰ ਪਿਤਾ ਜੀਆਂ ਦੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਜੁੜਨਾ ਕਰੀਏ। ਸਾਰੇ ਹੀ ਮਿਲ ਕਰਕੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਈਏ। ਮਿਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸਾਡੇ ਤੋਂ ਆਪਣਾ ਸਭ ਕੁਝ ਵਾਰ ਦਿੱਤਾ, ਸਰਬੰਸ ਵਾਰ ਦਿੱਤਾ, ਪੁੱਤ ਵਾਰ ਦਿੱਤੇ, ਘਰ ਪਰਿਵਾਰ ਵਾਰ ਦਿੱਤਾ। ਕੀ ਕਾਰਨ ਬਣਦਾ ਹੈ ਕਿ ਸਤਿਗੁਰੂ ਜੀ ਆਨੰਦਪੁਰ ਦੇ ਕਿਲੇ ਨੂੰ ਛੱਡਣਾ ਪੈਂਦਾ ਹੈ? ਉਹ ਧਰਤੀ ਹੈ ਸਤਿਗੁਰਾਂ ਦੀ, ਜੋ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਪੈਸਿਆਂ ਦੇ ਨਾਲ ਖਰੀਦੀ ਹੈ। ਕੀ ਕਾਰਨ ਬਣਿਆ? ਕੀ ਮਜਬੂਰੀ ਸੀ? ਇੱਕ ਮਜਬੂਰੀ ਬਣ ਗਈ। ਕੀ ਸੀ ਕਿ ਜਦੋਂ ਗੁਰੂ ਦੇ ਪਿਆਰਿਆਂ ਨੂੰ, ਗੁਰੂ ਦੇ ਸਾਧੂਆਂ ਨੂੰ ਜਦੋਂ ਕਿਤੇ ਅਕਾਲ ਪੁਰਖ ਦਾ ਆਵਾਜ਼ਾਂ ਦੇ ਕਰਕੇ ਅਕਾਲ ਪੁਰਖ ਦੇ ਨਾਂ ਦੇ ਉੱਪਰ ਕੋਈ ਗੱਲ ਕਹੀ ਜਾਵੇ ਤਾਂ ਫਿਰ ਉਹ ਪਿਆਰਾ ਸਭ ਕੁਝ ਛੱਡਣ ਦੇ ਲਈ ਤਿਆਰ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਪਹਾੜੀਆਂ ਨੇ ਆਟੇ ਦੀ ਗਊ ਬਣਾ ਕਰਕੇ ਕਲਗੀਧਰ ਪਾਤਸ਼ਾਹ ਜੀਆਂ ਦੇ ਕੋਲ ਭੇਜੀ ਏ। ਫਿਰ ਔਰੰਗਜ਼ੇਬ ਦੇ ਕੁਰਾਨ ਦੇ ਉੱਪਰ ਚਿੱਠੀ ਲਿਖ ਕਰਕੇ ਭੇਜੀ ਏ ਕਿ ਤੁਸੀਂ
ਕਿਲੇ ਨੂੰ ਛੱਡ ਜਾਓ ਤੁਹਾਨੂੰ ਕੁਝ ਨਹੀਂ ਕਹਿੰਦੇ। ਸੱਚੇ ਪਾਤਸ਼ਾਹ ਜੀਆਂ ਨੇ ਤਕਰੀਬਨ 8 ਮਹੀਨੇ ਆਨੰਦਗੜ੍ਹ ਦਾ ਕਿਲਾ ਨਹੀਂ ਛੱਡਿਆ। ਕੋਈ 7 ਲਿਖਦਾ ਏ, ਕੋਈ 8 ਲਿਖਦਾ ਏ। ਪਰ ਫਿਰ ਜਦੋਂ ਧਰਮ ਦੀ ਜਦੋਂ ਕਸਮ ਚੱਕੀ ਤੇ ਕਲਗੀਧਰ ਪਾਤਸ਼ਾਹ ਜੀ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਜਫਰਨਾਮਾ ਸਾਹਿਬ ਦੇ ਜਦੋਂ ਕਲਮ ਚੱਕਦੇ ਨੇ ਤੇ ਜਫਰਨਾਮਾ ਸਾਹਿਬ ਦੇ ਵਿੱਚ ਲਿਖਦੇ ਨੇ, ਔਰੰਗਜ਼ੇਬ ਮੈਨੂੰ ਤੇਰਾ ਡਰ ਨਹੀਂ ਸੀ, ਆਨੰਦਪੁਰ ਮੈਂ ਕਿਉਂ ਛੱਡਿਆ, ਤੂੰ ਕੁਰਾਨ ਦੀਆਂ ਕਸਮਾਂ ਚੱਕੀਆਂ ਸਨ। ਔਰੰਗਜ਼ੇਬ ਜੇ ਕਰਕੇ ਮੈਂ ਉਸ ਧਰਮ ਗ੍ਰੰਥ ਦੀ ਚੱਕੀ ਹੋਈ ਕਸਮ ਨੂੰ ਨਾ ਮੰਨਦਾ ਤੇ ਲੋਕਾਂ ਦਿਆਂ ਹਿਰਦਿਆਂ ਦੇ ਵਿੱਚੋਂ ਧਰਮ ਨਾਮ ਦੀ ਚੀਜ਼ ਤੋਂ ਵਿਸ਼ਵਾਸ ਉੱਠ ਜਾਣਾ ਸੀ। ਸਤਿਗੁਰਾਂ ਨੇ ਧਰਮ ਦੇ ਲਈ ਭਾਵੇਂ ਹਿੰਦੂ ਆਇਆ ਭਾਵੇਂ ਮੁਸਲਮਾਨ ਆਇਆ ਹੈ, ਕਲਗੀਧਰ ਪਾਤਸ਼ਾਹ ਜੀਆਂ ਨੇ ਆਪਣਾ ਸਭ ਕੁਝ ਲੁਟਾ ਦਿੱਤਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਕਸ਼ਮੀਰੀ ਪੰਡਤ ਆਏ ਸਨ ਨਾ, ਤੇ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕੌਣ ਆਇਆ ਹੈ ਆਨੰਦਪੁਰ ਦੇ ਵਿੱਚ, ਜਿਨ੍ਹਾਂ ਨੇ ਆ ਕਰਕੇ ਹੋਕਾ ਮਾਰਿਆ ਕਿ ਸਾਡੇ ਡੁੱਬਦੇ ਹੋਏ ਧਰਮ ਨੂੰ ਬਚਾ ਲਵੋ। ਕਲਗੀਧਰ ਪਾਤਸ਼ਾਹ ਨੇ ਆਪਣੀ ਕਲਮ ਚੁੱਕੀ ਹੈ। ਮਹਾਰਾਜ ਕੀ ਲਿਖਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਆਨੰਦਪੁਰ ਦੇ ਵਿੱਚ ਜਨੇਊ ਚੱਲ ਕੇ ਆਇਆ ਹੈ, ਤਿਲਕ ਚੱਲ ਕੇ ਆਇਆ ਹੈ। ਤਿਲਕ ਤੇ ਜਨੇਊ ਦੀ ਖਾਤਰ ਮੇਰੇ ਪਿਤਾ ਨੇ ਆਨੰਦਪੁਰ ਦਾ ਕਿਲਾ ਛੱਡ ਕੇ ਤੇ ਹਿੰਦੂਆਂ ਦੇ ਲਈ ਆਪਣਾ ਸਿਰ ਵਾਰ ਦਿੱਤਾ। ਮਹਾਰਾਜ ਲਿਖਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਜਿਨ ਸੀਸ ਦਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਧਰਮ ਦੇ ਵਾਸਤੇ ਆਪਣਾ ਸੀਸ ਦੇ ਦਿੱਤਾ। ਸੀਸ ਦਿਆ ਪਰ ਸੀ ਨਾ ਉਚਰੀ। ਜਿਹੜੇ ਆ ਕਰਕੇ ਧਰਮ ਦਾ ਵਾਸਤਾ ਪਾਇਆ, ਪਹਿਲਾਂ ਪਿਤਾ ਤੋਰ ਦਿੱਤਾ ਹੈ, ਫਿਰ ਕੁਰਾਨ ਦੀਆਂ ਕਸਮਾਂ ਚੁੱਕੀਆਂ, ਸਤਿਗੁਰੂ ਜੀ ਆਨੰਦਪੁਰ ਦੇ ਕਿਲੇ ਨੂੰ ਛੱਡਣ ਲੱਗੇ ਨੇ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕਿਲਾ ਛੱਡਣ ਦੇ ਲਈ ਆਪਣੇ ਪਿਤਾ ਦੇ ਸਥਾਨ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਉਸ ਜਗ੍ਹਾ ਤੇ ਗਏ ਨੇ। ਸੀਸਗੰਜ ਸਾਹਿਬ ਜਾ ਕੇ ਅਰਦਾਸ ਬੇਨਤੀ ਕੀਤੀ। ਅਰਦਾਸ ਕਰਕੇ ਸਤਿਗੁਰੂ ਜੀ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਫੌਜਾਂ ਦੀ ਰਹਿਨੁਮਾਈ ਕਰਦੇ ਹੋਏ ਬਾਹਰ ਚੱਲੇ ਨੇ। ਸਭ ਤੋਂ ਅੱਗੇ ਕਲਗੀਧਰ ਪਾਤਸ਼ਾਹ ਤੇ ਫੌਜਾਂ ਦੇ ਸਾਰਿਆਂ ਤੋਂ ਪਿੱਛੇ ਵੱਡੇ ਵੱਡੇ ਸੂਰਮੇ ਯੋਧੇ, ਜਿਨ੍ਹਾਂ ਦੀ ਅਗਵਾਈ ਬਾਬਾ ਅਜੀਤ ਸਿੰਘ ਜੀ ਕਰ ਰਹੇ ਨੇ। ਸਾਰੇ ਹੀ ਸੂਰਮੇ ਫੌਜਾਂ ਦੇ ਨਾਲ ਪਰਿਵਾਰ ਦੇ ਸਮੇਤ ਕਲਗੀਧਰ ਪਾਤਸ਼ਾਹ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਨੇ। ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਗਏ, ਜਾ ਕੇ ਸੂਰਜ ਮਲ ਦੀ ਔਲਾਦ ਨੂੰ ਮਿਲੇ ਨੇ। ਉਪਰੰਤ ਚੱਲਦੇ ਹੋਏ ਕਲਗੀਧਰ ਪਾਤਸ਼ਾਹ ਜੀ ਸਰਸਾ ਦੇ ਕੰਢੇ ਪਹੁੰਚੇ ਨੇ। ਇਧਰ ਸਰਸਾ ਦੇ ਕੰਢੇ ਪਹੁੰਚੇ ਤੇ ਮਹਾਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਚੱਕਦੇ ਨੇ। ਹੁਣ ਜਦੋਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਆਪਣੀ ਕਲਮ ਚੱਕੀ, ਲਿਖਦੇ ਨੇ ਕੀ ਲਿਖਦੇ ਨੇ, ਕਹਿੰਦੇ ਸਰਸਾ ਦੇ ਕੰਢੇ ਦੇ ਉੱਪਰ ਪਹੁੰਚੇ ਨੇ, ਅੱਗੋਂ ਸਰਸਾ ਦਾ ਵਹਾਅ ਬਹੁਤ ਤੇਜ਼ ਹੈ ਤੇ ਪਿੱਛੋਂ ਫੌਜਾਂ ਦਾ ਵਹਾਅ ਬਹੁਤ ਤੇਜ਼ ਹੈ। ਬੜੇ ਰੋਬ ਦੇ ਵਿੱਚ ਫੌਜਾਂ ਚੜ੍ਹ ਕੇ ਆਈਆਂ ਨੇ। ਕਲਗੀਧਰ ਪਾਤਸ਼ਾਹ ਜੀਆਂ ਨੇ ਸਰਸਾ ਦੇ ਕੰਢੇ ਦੇ ਉੱਪਰ ਆਸਾ ਦੀ ਵਾਰ ਦਾ ਕੀਰਤਨ ਕੀਤਾ। ਸਰਸਾ ਨੂੰ ਪਾਰ ਕਰਨ ਲੱਗੇ ਨੇ। ਸਰਸਾ ਬੜੇ ਵਹਾਅ ਦੇ ਵਿੱਚ ਆਈ। ਕੁਝ ਕੁ ਸਿੱਖ ਸੂਰਮੇ ਸਰਸਾ ਦੇ ਵਹਾਅ ਦੇ ਨਾਲ ਹੀ ਵਿੱਚ ਰੋੜੇ ਗਏ। ਪਾਤਸ਼ਾਹ ਜੀ ਸਰਸਾ ਨੂੰ ਪਾਰ ਕਰਦੇ ਨੇ। ਪਿੱਛੇ ਭਾਈ ਉਦੇ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਫੌਜਾਂ ਦੇ ਨਾਲ ਟੱਕਰਾ ਕਰਦੇ ਨੇ ਤੇ ਕਹਿੰਦੇ ਜਿਸ ਵੇਲੇ ਮੁਗਲਾਂ ਦਾ ਕਹਿਰੀ ਹੱਲਾ ਹੋਇਆ, ਬਾਬਾ ਅਜੀਤ ਸਿੰਘ ਜੀ
ਐਡੀ ਫੁਰਤੀ ਦੇ ਨਾਲ, ਐਡੀ ਬਲ ਦੇ ਨਾਲ ਫੌਜਾਂ ਦਾ ਟਾਕਰਾ ਕਰਦੇ ਨੇ ਕਿ ਵੱਡੇ ਵੱਡੇ ਜਰਨੈਲ ਮਿੱਟੀ ਦੇ ਵਿੱਚ ਰੋਲ ਦਿੱਤੇ ਨੇ। ਬਾਬਾ ਅਜੀਤ ਸਿੰਘ ਜੀਆਂ ਨੂੰ ਭਾਈ ਉਦੈ ਸਿੰਘ ਨੇ ਅੱਗੇ ਭੇਜ ਦਿੱਤਾ ਕਿ ਤੁਸੀਂ ਚਲੇ ਜਾਵੋ, ਇੱਥੇ ਫੌਜਾਂ ਦੇ ਨਾਲ ਯੁੱਧ ਅਸੀਂ ਕਰਾਂਗੇ ਜੀ। ਬਾਬਾ ਅਜੀਤ ਸਿੰਘ ਅੱਗੇ ਨਹੀਂ ਗਏ ਤੇ ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀਆਂ ਦੇ ਉੱਪਰ ਵਾਰ ਲੱਗਣ ਲੱਗਾ ਸੀ ਨਾ, ਤੇ ਭਾਈ ਉਦੈ ਸਿੰਘ ਜੀ ਸਾਹਮਣੇ ਹੋ ਕਰਕੇ ਵਾਰ ਆਪਣੇ ਸਰੀਰ ਦੇ ਉੱਪਰ ਝੱਲਿਆ, ਸ਼ਹੀਦੀ ਪਾ ਗਏ ਨੇ। ਇਧਰੋਂ ਸਰਸਾ ਪਾਰ ਕੀਤੀ। ਇਹ ਸਤਿਗੁਰਾਂ ਦਾ ਪਰਿਵਾਰ 4 ਹਿੱਸਿਆਂ ਦੇ ਵਿੱਚ ਵੰਡੇ ਗਏ ਨੇ। ਪਹਿਲਾ ਹਿੱਸਾ ਕਲਗੀਧਰ ਪਾਤਸ਼ਾਹ ਜੀਆਂ ਦੇ ਨਾਲ ਚਮਕੌਰ ਦੀ ਗੜ੍ਹੀ ਦੇ ਵਿੱਚ ਗਏ। ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦੇ ਇਹ ਸਰਹੰਦ ਦੇ ਵੱਲ ਨੂੰ ਚਲੇ ਜਾਂਦੇ ਨੇ ਤੇ 2 ਮਾਤਾਵਾਂ ਸਤਿਗੁਰਾਂ ਦੇ ਮਹਿਲ ਭਾਈ ਮਣੀ ਸਿੰਘ ਜੀਆਂ ਦੇ ਸਮੇਤ ਤੇ ਕੁਝ ਲਿਖਦੇ ਨੇ ਇਸ ਸਮੇਂ ਬਾਬਾ ਦੀਪ ਸਿੰਘ ਜੀ ਵੀ ਨਾਲ ਸਨ। ਇਹ ਦਿੱਲੀ ਦੇ ਵੱਲ ਚਲੇ ਜਾਂਦੇ ਨੇ ਕਿਉਂਕਿ ਦਿੱਲੀ ਭਾਈ ਮਣੀ ਸਿੰਘ ਜੀਆਂ ਦੇ ਸਹੁਰੇ ਸਨ। ਦਿੱਲੀ ਪੁੱਜਦੇ ਨੇ। ਇਧਰੋਂ ਸਤਿਗੁਰੂ ਜੀ ਚਮਕੌਰ ਦੀ ਗੜ੍ਹੀ ਦੇ ਵਿੱਚ ਪੁੱਜੇ ਨੇ ਕਿਉਂਕਿ ਅੱਜ ਦੇ ਦਿਨ ਜਿਸ ਸਮੇਂ ਅਸੀਂ ਇੱਥੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਅੱਜ ਦੇ ਦਿਨ ਹੀ ਚਮਕੌਰ ਦੀ ਗੜ੍ਹੀ ਦੇ ਵਿੱਚ ਇਸ ਵੇਲੇ ਨੂੰ 3 ਜਥੇ ਮੁਗਲਾਂ ਦੇ ਨਾਲ ਟੱਕਰਾ ਕਰ ਚੁੱਕੇ ਸਨ ਤੇ ਬਾਬਾ ਅਜੀਤ ਸਿੰਘ ਜੀ ਇਸ ਸਮੇਂ ਸਤਿਗੁਰਾਂ ਦੇ ਪਾਸੋਂ ਆਗਿਆ ਮੰਗਦੇ ਪਏ ਸਨ। ਆਪਾਂ ਚਮਕੌਰ ਦੀ ਗੜ੍ਹੀ ਦੇ ਉੱਪਰ ਕੇਂਦਰਿਤ ਹੋ ਕੇ ਚਮਕੌਰ ਦੀ ਗੜ੍ਹੀ ਦੇ ਵਿੱਚ ਕੀ ਵਾਪਰਦਾ ਹੈ ਉਸ ਵਾਰਤਾ ਨੂੰ ਮਿਲ ਕਰਕੇ ਸਰਵਣ ਕਰਾਂਗੇ। ਸਤਿਗੁਰੂ ਜੀ ਚਮਕੌਰ ਦੀ ਗੜ੍ਹੀ ਦੇ ਵਿੱਚ ਪੁੱਜੇ ਨੇ। ਚਮਕੌਰ ਦੀ ਗੜ੍ਹੀ ਦੇ ਵਿੱਚ ਜਾ ਕਰਕੇ ਸਤਿਗੁਰਾਂ ਨੇ ਚਮਕੌਰ ਦੇ ਵੱਲ ਤੱਕਿਆ, ਬੜੀ ਲੀਝ ਨਾ ਕੇ ਤੱਕਿਆ ਸਤਿਗੁਰਾਂ ਨੇ। ਤੇ ਭਾਈ ਦਇਆ ਸਿੰਘ ਜੀ ਪੁੱਛਦੇ ਸੱਚੇ ਪਾਤਸ਼ਾਹ, ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਚੱਲ ਕੇ ਆਏ ਆ ਸੱਚੇ ਪਾਤਸ਼ਾਹ, ਤਕਰੀਬਨ ਆਪ ਜੀਆਂ ਨੇ 25 ਸਾਲ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਕੱਟੇ ਨੇ ਤਕਰੀਬਨ। ਮਹਾਰਾਜ ਏਡੀ ਰੀਝ ਦੇ ਨਾਲ ਤੇ ਕਦੀ ਆਨੰਦਗੜ੍ਹ ਦੇ ਮਹਿਲਾਂ ਵੱਲ ਨਹੀਂ ਤੱਕਿਆ ਜਿੰਨੀ ਰੀਝ ਦੇ ਨਾਲ ਆਪ ਜੀ ਚਮਕੌਰ ਦੀ ਗੜ੍ਹੀ ਨੂੰ ਤੱਕ ਰਹੇ ਹੋ। ਕੱਚੀ ਗੜ੍ਹੀ ਹੈ ਸਤਿਗੁਰੂ। ਤੇ ਜਿਸ ਵੇਲੇ ਸਤਿਗੁਰੂ ਚਮਕੌਰ ਦੀ ਗੜ੍ਹੀ ਦੇ ਵਿੱਚ ਆਏ ਸਨ ਨਾ, ਤੇ ਚਮਕੌਰ ਦੀ ਗੜ੍ਹੀ ਦਾ ਜਿਹੜਾ ਵੀ ਕੋਈ ਸਿੱਖ ਸੀ ਆ ਕੇ ਜਦੋਂ ਪ੍ਰਸ਼ਾਦਾ ਛਕਾਇਆ, ਸਤਿਗੁਰੂ ਮੇਰੇ ਪਾਸ ਕੇਵਲ ਕੱਚੀ ਗੜ੍ਹੀ ਹੈ। ਮਹਾਰਾਜ ਕਹਿਣ ਲੱਗੇ ਭਾਈ ਕੱਚੀ ਨਹੀਂ, ਹੁਣ ਇਸ ਕੱਚੀ ਗੜ੍ਹੀ ਦੇ ਵਿੱਚ ਪੱਕਿਆਂ ਦੇ ਪੈਰ ਪੈ ਗਏ ਨੇ। ਇਹ ਹੁਣ ਪੱਕੀ ਹੋ ਜਾਵੇਗੀ, ਕੱਚੀ ਗੜ੍ਹੀ ਨਹੀਂ ਰਹਿਣੀ ਹੈ। ਸਤਿਗੁਰੂ ਜੀ ਬੜੀ ਰੀਝ ਲਾ ਕੇ ਇਸ ਕੱਚੀ ਗੜ੍ਹੀ ਨੂੰ ਤੱਕਦੇ ਨੇ ਤੇ ਅੱਲਾ ਯਾਰ ਖਾਂ ਜੋਗੀ ਜੀਆਂ ਨੇ, ਮੁਸਲਮਾਨ ਕਵੀ ਏ, ਆਪਣੀ ਕਲਮ ਚੱਕੀ ਹੱਥ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਜਿਸ ਖਿੱਤੇ ਮੇਂ ਹਮ ਕਹਤੇ ਥੇ ਆਣਾ ਜੇ ਵਹੀ ਹੈ। ਕਹਿੰਦੇ ਭਾਈ ਦਇਆ ਸਿੰਘ ਨੇ ਜਦੋਂ ਪੁੱਛਿਆ ਸਤਿਗੁਰੂ ਐਡੀ ਰੀਝ ਲਾ ਕੇ ਤੱਕਦੇ ਹੋ? ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਜਿਸ ਜਗ੍ਹਾ ਦੇ ਉੱਪਰ ਆਉਣ ਵਾਸਤੇ ਕਦੀ ਅਸੀਂ ਸੋਚਿਆ ਸੀ ਨਾ ਵੀ ਇੱਕ ਸਮਾਂ ਆਉਣਾ ਹੈ ਅਸੀਂ ਪੁੱਜਣਾ ਹੈ, ਇਹ ਉਹੀ ਗੜ੍ਹੀ ਆ ਗਈ। ਕਵੀ ਜੀ ਲਿਖਦੇ ਨੇ, ਜਿਸ ਖਿੱਤੇ ਮੇਂ ਹਮ ਕਹਤੇ ਥੇ ਆਣਾ ਜੇ ਵਹੀ ਹੈ, ਜਿਸ ਜਹਾਂ से लुट कर जाना जे जगह वही है, जिस थां बच्चों को कटाना जगह जे वही है। भाई दया सिंह जी ये वो घड़ी आ गई, मट्टी कह देती है ठिकाना जे वही है। इथों दी मिट्टी कह रही है कि वो जगह आ गई जिहड़ी जगह दे उपर कल अपने पुत्रां नूं वार के चलिया जाण। सतगुरुआं ने गड़ी दे अंदर प्रवेश किया, सारे सूरे कोल ने। रात का समा होया, बड़े प्रेम दे नाल सारे ही सिख सूरमे जिहड़े रात का विश्राम करते ने
ਕਲਗੀਧਰ ਪਾਤਸ਼ਾਹ ਜੀ ਇੰਨੇ ਸਮੇਂ ਨੂੰ ਸਿੱਖਾਂ ਦੇ ਕੋਲ ਆਉਂਦੇ ਨੇ। ਜਦੋਂ ਸੂਰਮੇ ਬੈਠੇ ਨੇ, ਕੁਝ ਲੇਟ ਗਏ ਖਾਕ ਪੇ ਜੀ ਪੋਛ ਵਿਛਾ ਕਰ, पहरा देने लगे कई तलवार उठाकर, गोबिंद भी शबबास हुए खैमे में जाकर। कहते की होया, कुछ सूरमे उठे ने, उठ के गिले वस्त्रां नूं सुकाया है, सुका करके जदां भी होया किसी को आसन लाए ने। कुछ लेट गए खाक पे जी पोछ बिछा कर, ਭਾਵ ਘੋੜਿਆਂ ਦੀ ਕਾਠੀ ਦੇ ਥੱਲੇ ਵਿਛਾਉਣ ਵਾਲਾ ਕੱਪੜਾ ਚੱਕ ਕੇ ਆਪਣੇ ਲੇਟਣ ਦੇ ਲਈ ਥੱਲੇ ਵਿਛਾ ਲਿਆ ਹੈ। ਪਹਿਰਾ ਦੇਣੇ ਲਗੇ ਕਈ ਤਲਵਾਰ ਉਠਾ ਕਰ, ਕਈ ਹੱਥਾਂ ਦੇ ਵਿੱਚ ਤਲਵਾਰ ਫੜ ਕੇ ਪਹਿਰਾ ਦੇਣ ਲੱਗ ਪਏ। ਗੋਬਿੰਦ ਵੀ ਸ਼ਬਬਾਸ ਹੋਏ ਖੈਮੇ ਮੇ ਜਾ ਕਰ। ਕਹਿੰਦੇ ਸਤਿਗੁਰੂ ਵੀ ਨਾ ਇੱਕ ਜਗ੍ਹਾ ਦੇ ਉੱਪਰ ਜਾ ਕਰਕੇ ਤੇ ਸਤਿਗੁਰੂ ਵੀ ਬੈਠ ਗਏ ਨੇ। ਤੇ ਜਿੰਨੇ ਵੀ ਕੋਲ ਭਾਈ ਦਿਆਲ ਸਿੰਘ ਜੀ ਨੇ, ਭਾਈ ਦਿਆਲ ਸਿੰਘ ਜੀ ਸੋਚਣ ਲੱਗੇ ਕਿਤੇ ਸਤਿਗੁਰੂ ਆਪਣੇ ਘਰ ਛੱਡ ਆਏ ਨੇ, ਮਹਿਲ ਮਾੜੀਆਂ ਛੱਡ ਕੇ ਆਏ ਨੇ, ਦੋ ਪੁੱਤਰ ਰਸਤੇ ਦੇ ਵਿੱਚ ਗਵਾਚ ਗਏ ਨੇ, ਪਰਿਵਾਰ ਖੇੜੂ ਖੇੜੂ ਹੋ ਗਿਆ। ਖੌਰੇ ਸਤਿਗੁਰੂ ਜੀ ਕੱਲਿਆਂ ਬਹਿ ਕਰਕੇ ਕਿਤੇ ਵਿਰਾਗ ਦੇ ਹੰਝੂ ਸੁੱਟਦੇ ਨਾ ਹੋਣ। ਕੀ ਤੱਕਦੇ ਨੇ ਭਾਈ ਦਿਆਲ ਸਿੰਘ ਜੀ ਜਦੋਂ ਅੰਦਰ ਗਏ ਨੇ। गोविंद भी शबबास हुए खैमे में जाकर, देखा तो वहाँ बैठे हैं गर्दन को झुका कर। तकदे ने अल्लाह यार खां जोगी जी कहते की वेखिया। कलगीधर पिता जी अपनी धौन नीवी करके ते चौंकड़ा मार के सजे बैठे। जाके सिखा ने दिदारे कीते ते की तकदे ने, वाहे गुरु है मुँह से निकलता है, तू ही तू है मुँह से निकलता। की देखिया है कि सतगुरां दे मुख दे विचों वाहेगुरू दा जाप चल रहा है। उस अकाल पुरख की वडियाई उस्तत करदे। सारे सूरमे वेख करके पिछां हट गए ने, आके अपने आसना दे उपर स्थिर होए ने, लेट गए। जब 1.5 घड़ी रात गुजरी शुक्रे खुदा में, खेमे से निकले आए सतगुरु हवा में। कहते जदों 1.5 घड़ी रात की गुजरी ना सतगुरां दे अकाल पुरख का शुक्र करदियां, कलगीधर पातशाह जी अपने खेमे दे विचों बाहर निकल आए ने, अपने सिखां दे कोल गए ने। सिखां दे कोल जाके किसी दे केस सवारदे ने, किसी दा दस्तारा सांभदे ने सतगुरु जी। ते सिखां दे जिहड़े केसां दे नाल मिट्टी लगी सी ना, उस मिट्टी नूं चक के ते सतगुरु अपने मस्तक दे नाल लाउंदे ने। तुरदे तुरदे अपने सिखां दे कोल पहुंचे ने। कहंदे फिर एक जगह आई, उस जगह तो फिर पैर पटना बड़ा औखा हो गया। जदों सारे ही सिखां दे कोलों लंघदे ने, हिरदे विच विचार कीती। सतगुरु कहन लगे भी कल दे दिन अज तां सुते पए ने, कल इन्हां सूरिया ने ऐसी नींदे सौना कि मुड़ करके इन्हां ने जागना नहीं। होंगे हम मुसीबत में पर यार ना होंगे। महाराज कहते असी दुखां दे विच होवांगे, पर साडे मित्र यार साडे कोल नहीं आउणे। कल सच्चे पातशाह जी सिखां दे कोल आए ने, की करदे ने? चूमा कभी हलकूम दहन चूमने बैठे। सिखां दे कोल आए ने। अल्लाह यार खां जोगी कहंदे दुनिया दे उपर बड़े गुरु बड़े फकीर वेखे ने, पर कोई ऐसा पीर ऐसा फकीर नहीं वेखिया मैं अज तिकर जिहड़ा अपने चेलियां दे जा करके मथियां नूं चुमदा। चूमा कभी हलकूम दहन चूमने बैठे। जब 35 आए तो कहंदे जदों पैरां वाले पासे आए ना, जब 35 आए तो चरण चूमने बैठे।
ਸਿੱਖਾਂ ਦੇ ਜਦੋਂ ਪੈਰਾਂ ਵਾਲੇ ਪਾਸੇ ਆਏ ਸਤਿਗੁਰੂ ਕੀ ਕੀਤਾ? ਸਿੱਖਾਂ ਦੇ ਚਰਨਾਂ ਨੂੰ ਚੁੰਮਦੇ ਨੇ। ਕਿਉਂ? ਕੱਲ ਇਹਨਾਂ ਨੇ ਮੇਰੀ ਖਾਤਰ ਆਪਣੀਆਂ ਜਾਨਾਂ ਵਾਰ ਦੇਣੀਆਂ। ਸਤਿਗੁਰਾਂ ਨੇ ਸਿੱਖਾਂ ਦੇ ਨਾਲ ਬੜਾ ਪ੍ਰੇਮ ਕੀਤਾ। ਪੁੱਤਰਾਂ ਦੇ ਕੋਲ ਗਏ ਨੇ, ਫਰਜ਼ੰਦਾਂ ਦੇ ਕੋਲ ਜਾ ਕੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਲਿਖਦੇ, ਕਹਿੰਦੇ ਜਦੋਂ ਪੁੱਤਰਾਂ ਦੇ ਕੋਲ ਆਏ ਨੇ ਕੀ ਕੀਤਾ? ਲਾਡਲਿਆਂ ਦੇ ਮੁਖੜਿਆਂ ਦੇ ਉੱਪਰ ਆਪਣਾ ਮੁਖੜਾ ਰੱਖ ਦਿੱਤਾ ਸਤਿਗੁਰਾਂ ਨੇ। ਆਪਣੇ ਪੁੱਤਰਾਂ ਦੇ ਮੁਖ ਦੇ ਉੱਪਰ ਆਪਣਾ ਮੁਖ ਰੱਖ ਦਿੱਤਾ ਏ। ਤੇ ਅੱਲਾ ਯਾਰ ਖਾਂ ਜੋਗੀ ਜੀ ਇਸ ਸਮੇਂ ਦਾ ਬੜਾ ਸੋਹਣਾ ਦ੍ਰਿਸ਼ ਖਿੱਚਦੇ ਨੇ। ਕਹਿੰਦੇ ਜਦੋਂ ਪੁੱਤਰਾਂ ਦੇ ਮੂੰਹ ਦੇ ਉੱਪਰ ਸਤਿਗੁਰਾਂ ਨੇ ਆਪਣਾ ਮੁਖੜਾ ਰੱਖਿਆ ਨਾ, ਜਿੰਨੇ ਵੀ ਚਮਕੌਰ ਦੀ ਗੜੀ ਦੇ ਵਿੱਚ ਫੁੱਲ ਖਿੜੇ ਸਨ, ਜਾਂ ਦੁਨੀਆ ਦੇ ਵਿੱਚ ਜਿੰਨੇ ਵੀ ਫੁੱਲ ਖਿੜੇ ਨੇ, ਸਾਰੇ ਹੀ ਫੁੱਲ ਇਸ ਘਟਨਾ ਨੂੰ ਵੇਖ ਕੇ ਤੇ ਆਪਣੇ ਸਿਰ ਨੂੰ ਝੁਕਾ ਕੇ ਬੈਠ ਕੇ ਕੁਮਲਾ ਗਏ ਸਾਰੇ ਫੁੱਲ ਵੀ, ਕਿ ਸਤਿਗੁਰਾਂ ਜਿੰਨਾ ਪਿਆਰ, ਇਹਨਾਂ ਜਿੰਨਾ ਪ੍ਰਤਾਪ ਸਾਡੇ ਕੋਲ ਨਹੀਂ। ਖੈਰ ਸਮਾਂ ਬਤੀਤ ਹੋਇਆ ਏ, ਰਾਤ ਬਤੀਤ ਹੁੰਦੀ ਏ, ਅੰਮ੍ਰਿਤ ਵੇਲਾ ਚੜ੍ਹਦਾ ਏ। ਇੱਧਰੋਂ ਅੰਮ੍ਰਿਤ ਵੇਲੇ ਦਾ ਦਿਨ ਚੜ੍ਹਿਆ, ਸਤਿਗੁਰਾਂ ਨੇ ਦੀਵਾਨ ਲਗਾਇਆ ਏ। ਅੰਮ੍ਰਿਤ ਵੇਲੇ ਬਾਣੀਆਂ ਪੜ੍ਹੀਆਂ ਸੂਰਿਆਂ ਨੇ। ਇੱਥੇ ਵੀ ਕਹਿੰਦੇ ਨੇ ਕਿ ਆਸਾ ਦੀ ਵਾਰ ਦਾ ਕੀਰਤਨ ਚਮਕੌਰ ਦੀ ਗੜੀ ਦੇ ਵਿੱਚ ਵੀ ਕੀਤਾ ਗਿਆ। ਕੀ ਹੋਇਆ ਇੰਨੇ ਸਮੇਂ ਨੂੰ? ਫਿਰ ਉਹ ਸਮਾਂ ਆਇਆ, ਇੱਕ ਸਿੱਖ ਭੱਜਾ ਆਇਆ, ਸੱਚੇ ਪਾਤਸ਼ਾਹ ਜੀ ਮੁਗਲਾਂ ਨੇ ਆ ਕਰਕੇ ਚਮਕੌਰ ਦੀ ਇਸ ਗੜੀ ਨੂੰ ਘੇਰਾ ਪਾ ਲਿਆ। ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਜੇ ਕਰਕੇ ਆਗਿਆ ਹੋਵੇ ਤੇ ਕੱਲਾ ਜਾ ਕਰਕੇ ਮੈਂ ਇਹਨਾਂ ਫੌਜਾਂ ਨੂੰ ਮਾਰ ਕੇ ਰੋਲ ਦੇਵਾਂ। ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਇਸ ਚੀਜ਼ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਬੜੇ ਖੇੜੇ ਦੇ ਵਿੱਚ ਆਏ ਨੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖਾ ਸ਼ਾਬਾਸ਼ ਤੇਰੇ, ਸ਼ਾਬਾਸ਼ ਦੇ ਕਰਕੇ ਕਲਗੀਧਰ ਪਾਤਸ਼ਾਹ ਜੀਆਂ ਦਾ ਚੌਂਕੜਾ ਖੁੱਲ੍ਹਾ ਏ। ਤੇ ਸੱਚੇ ਪਾਤਸ਼ਾਹ ਜੀ ਖੜੇ ਹੋਏ ਨੇ ਚਮਕੌਰ ਦੀ ਗੜੀ ਦੇ ਵਿੱਚ। ਜਿੰਨੇ ਕੋਲ ਸਿੱਖ ਨੇ ਸਾਰਿਆਂ ਨੂੰ ਤਰਤੀਬ ਬੰਦ ਕੀਤਾ ਏ। ਸਾਰੇ ਸੂਰਮਿਆਂ ਨੂੰ ਮੋਰਚੇ ਦਿੱਤੇ ਗਏ ਨੇ। ਹੁਣ ਇਸ ਜਗ੍ਹਾ ਦੇ ਉੱਪਰ ਇੱਕ ਘਟਨਾ ਚੇਤੇ ਆ ਗਈ, ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਦੇ ਵਿੱਚ ਸਤਿਗੁਰਾਂ ਦੇ ਸੀਸ ਦੇ ਉੱਪਰ, ਗਲੇ ਦੇ ਉੱਪਰ ਜਦੋਂ ਮੁਗਲਾਂ ਨੇ ਤਲਵਾਰ ਚਲਾਉਣੀ ਸੀ ਨਾ, ਉਸ ਵੇਲੇ ਜਦੋਂ ਆ ਕਰਕੇ ਬਾਦਸ਼ਾਹ ਨੇ ਸਤਿਗੁਰਾਂ ਦੇ ਸਨਮੁਖ ਖੜਾ ਏ, ਕੀ ਕਹਿਣ ਲੱਗਾ ਏ ਕਿ ਹੇ ਗੁਰੂ ਤੇਗ ਬਹਾਦਰ, ਤੈਨੂੰ ਤਲਵਾਰ ਦਾ ਡਰ ਨਹੀਂ ਲੱਗਦਾ? ਤੇਰੇ ਸਾਹਮਣੇ ਤਿੱਖੀ ਤਲਵਾਰ ਏ, ਤੇਰੇ ਕੋਲ ਦੋ ਪਹਿਲੂ ਨੇ, ਜਾਂ ਤਾਂ ਧਰਮ ਛੱਡ ਜਾ, ਨਹੀਂ ਤਾਂ ਫੇਰ ਤਲਵਾਰ ਦੇ ਸਬੁਰਦ ਕਰ ਦਿੱਤਾ ਜਾਵੇਗਾ। ਤਲਵਾਰ ਸਾਹਮਣੇ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਕਹਿਣ ਲੱਗੇ ਤੁਹਾਨੂੰ ਤਲਵਾਰ ਦਾ ਡਰ ਨਹੀਂ ਲੱਗਦਾ? ਸਤਿਗੁਰੂ ਕਹਿਣ ਲੱਗੇ ਮੇਰੀ ਵੀ ਗੱਲ ਨੂੰ ਸੁਣਦਾ ਜਾਈ। ਬਾਦਸ਼ਾਹ ਤੈਨੂੰ ਮਾਣ ਹੋਵੇਗਾ ਤੇਰੀਆਂ ਫੌਜਾਂ ਦਾ, ਤੇਰੇ ਦਲ ਦਾ, ਜਿਹੜੀ ਤਲਵਾਰ ਤੋਂ ਤੂੰ ਮੈਨੂੰ ਡਰਾਉਂਦਾ ਹੈ ਨਾ, ਐਸੀਆਂ ਤਲਵਾਰਾਂ ਦੀ ਤਾਂ ਛਾਂ ਦੇ ਥੱਲੇ ਪਲੇ ਆ। ਮੇਰਾ ਤੇ ਨਾਮ ਹੀ ਪਿਤਾ ਨੇ ਤੇਗ ਬਹਾਦਰ ਰੱਖਿਆ ਸੀ। ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਸੀ, ਪਹਿਲੀ ਵਾਰ ਜੰਗ ਦੇ ਵਿੱਚ ਉਤਰੇ ਸਾਂ, ਤੇ ਉਸ ਵੇਲੇ ਜਦੋਂ ਜੰਗ ਦੇ ਵਿੱਚ ਯੋਰ ਦਿਖਾਏ ਸੀ ਨਾ, ਪਿਤਾ ਨੇ ਨਾਮ ਬਦਲ ਕਰਕੇ ਤੇਗ ਬਹਾਦਰ ਰੱਖਿਆ ਸੀ। ਉਸ ਵੇਲੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕੀ ਜਵਾਬ ਦਿੰਦੇ ਨੇ? ਇੱਕ ਕਵੀ ਬੜਾ ਸੋਹਣਾ ਲਿਖਦਾ। ਕਵੀ ਕੀ ਲਿਖਦਾ ਹੈ? ਕਹਿੰਦੇ ਸਤਿਗੁਰਾਂ ਨੇ ਜਵਾਬ ਦਿੱਤਾ, ਮੈਂ ਵੀ ਤੇਗ ਤੇ ਪਰਖ ਲੈ ਤੇਗ ਤੂੰ ਵੀ। ਸਤਿਗੁਰੂ ਕਹਿਣ ਲੱਗੇ ਮੇਰਾ ਨਾਮ ਤੇਗ ਬਹਾਦਰ ਹੈ, ਤੇਰੇ ਹੱਥ ਦੇ ਵਿੱਚ ਵੀ ਤੇਗ ਹੈ, ਆਪਣੀ ਤੇਗ ਨੂੰ ਪਰਖ ਲੈ। ਮੈਂ ਵੀ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ।
ਮਹਾਰਾਜ ਕਹਿਣ ਲੱਗੇ ਇੱਕ ਦੋ ਨਹੀਂ, 100 ਦੀ ਤਾਦਾਦ ਦੇ ਵਿੱਚ ਤੇਗਾਂ ਤਲਵਾਰਾਂ ਨੂੰ ਪਰਖ ਲੈ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਕਹਿਣ ਲੱਗੇ ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ ਏ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਤਾ ਨੇ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ 2 ਤਲਵਾਰਾਂ ਪਾਈਆਂ ਸਨ। ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਨਹੀਂ ਸਕਦੀਆਂ ਤੇਰੀਆਂ ਛੋ ਤੇਗਾਂ। ਮੇਰੇ ਬਾਪ ਦੀ ਅਣਖ ਬਹਾਦਰੀ ਤੇ, ਰਿਆ ਪਰਖਦਾ ਤੇਰਾ ਪਿਓ ਤੇਗਾਂ। ਕਹਿਣ ਲੱਗੇ ਮੇਰੇ ਪਿਤਾ ਦੀ ਅਣਖ ਦੇ ਉੱਪਰ, ਮੇਰੇ ਪਿਤਾ ਦੀ ਗੈਰਤ ਦੇ ਉੱਪਰ, ਬਹਾਦਰੀ ਦੇ ਉੱਪਰ ਤੇਰਾ ਪਿਤਾ ਜਹਾਂਗੀਰ ਵੀ ਆਪਣੀਆਂ ਤਲਵਾਰਾਂ ਪਰਖਦਾ ਰਿਹਾ ਹੈ, ਪਰ ਉਹਦੀਆਂ ਤਲਵਾਰਾਂ ਦਾ ਵੀ ਜ਼ੋਰ ਨਹੀਂ ਚੱਲਿਆ। ਹੁਣ ਵੇਖੀ ਆਉਣ ਵਾਲੇ ਅੰਦਰ ਭਵਿੱਖ ਵਿੱਚ, ਮੇਰੇ ਪੁੱਤਰ ਨੇ ਚੱਕਣੀਆਂ ਉਹ ਤੇਗਾਂ। ਮੇਰੇ ਪੁੱਤਰ ਦੀ ਤੇਗ ਦੀ ਧਾਰ ਅੱਗੇ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਇਹ ਸਮੇਂ ਦੀ ਹਕੂਮਤ ਏ, ਸੁਣਨਾ ਕਰ। ਇੱਕ ਸਮਾਂ ਆਉਣਾ ਹੈ ਜਿਸ ਵੇਲੇ ਮੇਰੇ ਪੁੱਤਰ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਨੂੰ ਨੰਗਿਆਂ ਕਰਕੇ ਹਵਾ ਦੇ ਵਿੱਚ ਚਲਾਉਣਾ ਹੈ। ਉਹਦੀ ਤੇਗ ਦੀ ਧਾਰ ਦੇ ਨਾਲ ਇੱਕ ਦਿਨ ਆਵੇਗਾ, ਤੇਰੀਆਂ ਲੱਖਾਂ ਤੇਗਾਂ ਨੂੰ ਖੋਹ ਲੈਣਾ। ਉਹ ਦਿਨ ਅੱਜ ਆ ਗਿਆ ਹੈ। ਚਮਕੌਰ ਦੀ ਗੜੀ ਦੇ ਵਿੱਚ ਦਿਨ ਚੜ੍ਹਿਆ ਹੈ। ਕਲਗੀਧਰ ਪਾਤਸ਼ਾਹ ਨੇ ਆਪਣੇ 40 ਸਿੰਘਾਂ ਸੂਰਮਿਆਂ ਨੂੰ ਤਿਆਰ ਬਰ ਤਿਆਰ ਕੀਤਾ। ਪਾਤਸ਼ਾਹ ਜੀਆਂ ਦੇ ਸਿੱਖ ਸੂਰਮੇ ਤਿਆਰ ਬਰ ਤਿਆਰ ਹੋ ਕੇ ਪਾਤਸ਼ਾਹ ਦੇ ਸਨਮੁਖ ਆਏ। ਸੱਚੇ ਪਾਤਸ਼ਾਹ ਜੀ ਕੱਚੀ ਗੜੀ ਦੇ ਉੱਪਰ ਚੜ੍ਹੇ ਨੇ ਤੇ ਫੌਜਾਂ ਨੇ ਆ ਕਰਕੇ ਪਹਿਲਾਂ ਜਿਹੜਾ ਨਾਰ ਖਾਂ ਸੀ, ਇਹ ਬੜੇ ਜੋਸ਼ ਦੇ ਵਿੱਚ ਆਇਆ ਕਿ ਖੌਰੇ ਮੈਂ ਅੱਗੇ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਫੜ ਲਵਾਂਗਾ। ਕਿਉਂਕਿ ਇਹਨਾਂ ਨੇ ਪਹਿਲਾਂ ਵਜ਼ੀਰ ਖਾਂ ਜਦੋਂ ਗੜੀ ਦੇ ਕੋਲ ਪੁੱਜਾ ਤੇ ਇਹਨੇ ਕੀ ਕੀਤਾ, ਚਮਕੌਰ ਦੀ ਗੜੀ ਦਾ ਜਿਹੜੇ ਪੰਚ ਸਨ, ਉਹਨਾਂ ਪੰਚਾਂ ਦੇ ਕੋਲੋਂ ਪੁੱਛਿਆ ਸੀ ਕਿ ਇਸ ਗੜੀ ਦੇ ਵਿੱਚ ਕਿੰਨੇ ਸੂਰਮੇ, ਕਿੰਨੇ ਸਿੱਖ ਨੇ ਇਸ ਗੜੀ ਦੇ ਵਿੱਚ। ਤੇ ਉਹਨਾਂ ਨੇ ਗਿਣਤੀ ਕਰਕੇ ਦੱਸਿਆ ਕਿ ਤਕਰੀਬਨ 40 ਦੇ ਤਕਰੀਬਨ ਸਿੱਖ ਇਸ ਗੜੀ ਦੇ ਵਿੱਚ ਹਨ। ਪਰ ਜਦੋਂ ਬਾਹਰੋਂ ਮੁਗਲ ਚੜ੍ਹ ਕੇ ਆਏ, ਬੜੇ ਹੱਲੇ ਦੇ ਨਾਲ ਆਏ ਸਨ। ਜੈ ਅਲੀ ਦੇ ਨਾਅਰੇ ਲਾਉਂਦੇ ਅੱਗੇ ਵੱਧਦੇ ਨੇ। ਇੱਧਰ ਜਦੋਂ ਸਤਿਗੁਰਾਂ ਦੇ ਸਿੱਖਾਂ ਸੂਰਿਆਂ ਨੇ ਸੁਣਿਆ ਤੇ ਬੜੀ ਗੜਕਵੀਂ ਆਵਾਜ਼ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਆਵਾਜ਼ ਦਿੱਤੀ ਏ ਕਿ ਰਣਜੀਤ ਨਗਾਰੇ ਦੇ ਉੱਪਰ ਚੋਟਾਂ ਲਾਈਆਂ ਜਾਣ। ਚਮਕੌਰ ਦੀ ਗੜੀ ਦੇ ਵਿੱਚ ਅੱਜ ਦੇ ਦਿਨ ਅੰਮ੍ਰਿਤ ਵੇਲੇ ਰਣਜੀਤ ਨਗਾਰੇ ਦੀ ਹਿੱਕ ਦੇ ਉੱਪਰ ਚੋਭਾਂ ਵੱਜੀਆਂ, ਚੋਟਾਂ ਲੱਗੀਆਂ ਨੇ। ਰਣਜੀਤ ਨਗਾਰੇ ਦੀ ਭੜਕ ਨੂੰ ਸੁਣ ਕਰਕੇ, ਰਣਜੀਤ ਨਗਾਰੇ ਦੀ ਆਵਾਜ਼ ਨੂੰ ਸੁਣ ਕਰਕੇ ਮੁਗਲਾਂ ਦੇ ਦਿਲ ਇੱਕ ਵਾਰ ਦਹਿਲ ਗਏ। ਉੱਚੀ ਆਵਾਜ਼ ਦੇ ਵਿੱਚ ਸਿੱਖਾਂ ਸੂਰਿਆਂ ਨੇ ਗੱਜ ਕੇ ਫਤਿਹ ਬੁਲਾਈ। ਜਿਸ ਵੇਲੇ ਸਾਰਿਆਂ ਨੇ ਮਿਲ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ ਨੂੰ ਸੁਣ ਕੇ ਇੱਕ ਵਾਰ ਮੁਗਲ ਜਿਹੜੇ ਆਂਦੇ ਸੀ ਇੱਕੋ ਵਾਰੀ ਹੱਲਾ ਕਰ ਦਈਏ, ਚਮਕੌਰ ਦੀ ਗੜੀ ਦੇ ਵਿੱਚੋਂ ਇਹਨਾਂ ਨੂੰ ਮਾਰ ਮਿਟਾ ਦਈਏ। ਤੇ ਸਿੱਖਾਂ ਸੂਰਿਆਂ ਦੀ ਆਵਾਜ਼ ਸੁਣ ਕੇ ਗੜੀ ਤੋਂ ਪਿੱਛੇ ਹਟ ਗਏ ਨੇ ਸਾਰੇ। ਜਾ ਕੇ ਪੰਚਾਂ ਦੇ ਨਾਲ ਵਿਚਾਰ ਕਰਦੇ ਕਿ ਤੁਸੀਂ ਕਿਹਾ ਸੀ ਕਿ ਚਮਕੌਰ ਦੇ ਵਿੱਚ ਤਾਂ ਕੇਵਲ 40 ਸਿੰਘ ਨੇ, ਇਹ ਤਾਂ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਲੱਗਦੇ ਨੇ। ਪੰਚ ਕਹਿਣ ਲੱਗੇ ਰਾਤ ਦਾ ਸਮਾਂ ਸੀ, ਖੌਰੇ ਰਾਤ ਦੇ ਹਨੇਰੇ ਦੇ ਵਿੱਚ ਹੋਰ ਵੀ ਸਿੱਖ ਆ ਗਏ ਹੋਣ। ਜਿਸ ਵੇਲੇ ਫਿਰ ਇਹਨਾਂ ਨੇ ਵਿਚਾਰ ਕੀਤੀ, ਸਭ ਤੋਂ ਪਹਿਲਾਂ ਵਜ਼ੀਰ ਖਾਂ ਕਹਿਣ ਲੱਗਾ
ਕਿ ਜਿਹੜੇ ਪਹਾੜੀ ਰਾਜੇ ਨੇ, ਮਲੇਰਕੋਟ ਵਾਲੇ ਨੇ, ਇਹਨਾਂ ਮਲੇਰਕੋਟ ਵਾਲਿਆਂ ਨੂੰ ਪਹਿਲਾਂ ਅੱਗੇ ਕਰੋ। ਬੜੀਆਂ ਡਹਿਕਾਂ ਮਾਰਦੇ ਸਨ ਕਿ ਕਲਗੀਧਰ ਨੂੰ ਫੜ ਲਵਾਂਗੇ, ਸਮਾਂ ਆਇਆ ਏ ਇਹਨਾਂ ਨੂੰ ਅੱਗੇ ਕਰੋ। ਕੋਈ ਵੀ ਅੱਗੇ ਨਹੀਂ ਹੁੰਦਾ। ਫਿਰ 3 ਜਾਣੇ ਅੱਗੇ ਵਧੇ ਨੇ। ਪਹਿਲਾਂ ਨਾਰ ਖਾਂ ਆਇਆ ਏ, ਗੜੀ ਦੇ ਉੱਪਰ ਪੌੜੀ ਲਾ ਕੇ ਚੜ੍ਹਨ ਲੱਗੇ ਨੇ। ਨਾਰ ਖਾਂ ਜਦੋਂ ਤਾਂ ਹੋਇਆ, ਇੱਧਰ ਕਲਗੀਧਰ ਪਾਤਸ਼ਾਹ ਨੇ ਫਾਰਸੀ ਦੇ ਵਿੱਚ ਆਪਣੀ ਕਲਮ ਚੱਕੀ ਹੈ। ਕਲਗੀਧਰ ਪਾਤਸ਼ਾਹ ਜੀ ਜਫਰਨਾਮਾ ਸਾਹਿਬ ਦੇ ਵਿੱਚ ਜਦੋਂ ਔਰੰਗਜ਼ੇਬ ਨੂੰ ਲਾਹਣਤਾਂ ਪਾਉਂਦੇ ਨੇ ਕਿ ਔਰੰਗਜ਼ੇਬ ਤੂੰ ਆਪਣੇ ਵੱਡੇ ਜਰਨੈਲ ਭੇਜੇ ਸਨ ਕਿ 40 ਨੂੰ ਫੜ ਲਵਾਂਗੇ। ਜਿੱਥੇ ਕਲਗੀਧਰ ਪਾਤਸ਼ਾਹ ਜੀ ਨਕਸ਼ਾ ਖਿੱਚਦੇ ਨੇ ਚਮਕੌਰ ਦੀ ਗੜੀ ਦਾ, ਮਹਾਰਾਜ ਕਹਿਣ ਲੱਗੇ ਕਿ 10 ਲੱਖ ਬਰ ਆਇਦ ਬਰੋ ਬੇਖਬਰ। ਔਰੰਗਜ਼ੇਬ ਚਮਕੌਰ ਦੀ ਗੜੀ ਵਿੱਚ ਕਿੰਨੇ ਕੁ ਸਨ? ਕੇਵਲ ਗਿਣਤੀ ਦੇ ਵਿੱਚ 40 ਸਨ, ਤੇ ਤੂੰ ਕਿੰਨੇ ਭੇਜੇ? ਇਸ ਜਗ੍ਹਾ ਦੇ ਉੱਪਰ ਨਾ ਕਈ ਸ਼ੱਕ ਕਰਦੇ ਨੇ, ਇਹ ਜੀ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦਾ ਘੇਰਾ ਨਹੀਂ ਪੈ ਸਕਦਾ। ਅਸੀਂ ਜੀ ਉਸ ਜਗ੍ਹਾ ਦੇ ਉੱਪਰ ਇੰਨੀ ਜਗ੍ਹਾ ਹੀ ਨਹੀਂ ਚਮਕੌਰ ਦੇ ਕੋਲ ਕਿ 10 ਲੱਖ ਦਾ ਘੇਰਾ ਪੈ ਜਾਵੇ। ਫੌਜੀਆਂ ਨੇ ਵਿਚਾਰਾਂ ਕੀਤੀਆਂ ਨੇ, ਦੁਨਿਆਵੀ ਫੌਜ ਨੇ ਵਿਚਾਰ ਕੀਤੀ ਹੋਵੇਗੀ, ਲੱਖ ਵਾਰ ਕੀਤੀ ਹੋਵੇਗੀ, ਪਰ ਚਮਕੌਰ ਦੀ ਗੜੀ ਜੋ ਅੱਜ ਅਸੀਂ ਤੱਕਦੇ ਉਹ ਨਹੀਂ ਸੀ। ਚਮਕੌਰ ਦੀ ਗੜੀ ਦੇ ਚਾਰੇ ਪਾਸੇ ਖੁੱਲਾ ਮੈਦਾਨ ਸੀ। ਅੱਜ ਤਾਂ ਕੋਲ ਟਿਕਾਣੇ ਬਣ ਗਏ, ਖੁੱਲਾ ਮੈਦਾਨ ਸੀ। ਤੇ ਕਲਗੀਧਰ ਪਾਤਸ਼ਾਹ ਜੀ ਝੂਠ ਨਹੀਂ ਬੋਲਦੇ, ਕਿਸੇ ਆਮ ਕਵੀ ਦੇ ਲਿਖੇ ਹੋਏ ਬੋਲ ਨਹੀਂ। ਇਹ ਗੁਰੂ ਕਲਗੀਧਰ ਪਾਤਸ਼ਾਹ ਲਿਖਦੇ ਨੇ, ਕਹਿੰਦੇ 10 ਲੱਖ 10 ਲੱਖ ਬਰ ਆਇਦ ਬਿਨਾਂ ਦੱਸਿਆਂ ਬਿਨਾਂ ਖਬਰ ਤੋਂ। 10 ਲੱਖ ਬਰ ਆਇਦ ਬਰੋ ਬੇਖਬਰ। ਔਰੰਗਜ਼ੇਬ ਤੇਰੀਆਂ ਪਹਿਲਾਂ ਫੌਜਾਂ ਜਿਹੜੀਆਂ ਆਨੰਦਪੁਰ ਦੇ ਵੱਲੋਂ ਆ ਰਹੀਆਂ ਸਨ ਤੇ ਬੇਖਬਰ ਬਿਨਾਂ ਦੱਸਿਆਂ 10 ਲੱਖ ਫੌਜਾਂ ਹੋਰ ਦਿੱਲੀ ਤੋਂ ਚਾੜ ਦਿੱਤੀਆਂ। ਔਰੰਗਜ਼ੇਬ ਤੈਨੂੰ ਮੈਂ ਮਰਦ ਨਹੀਂ ਮੰਨਦਾ, ਤੂੰ ਨਾ ਮਰਦ ਏ। ਜੇ ਮਰਦਾਂ ਨਾਲ ਟਾਕਰਾ ਕਰਨਾ ਹੋਵੇ ਤੇ ਮਰਦਾਂ ਵਾਲੀ ਕਰੀਦੀ ਹੈ, ਕਿਉਂਕਿ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚ ਕਿਸੇ ਦਾ ਡਰ ਨਹੀਂ। ਸਤਿਗੁਰਾਂ ਨੇ ਜਫਰਨਾਮਾ ਸਾਹਿਬ ਲਿਖਿਆ। ਜਫਰਨਾਮਾ ਪਹਿਲਾਂ ਜਦੋਂ ਰਾਜੇ ਜਿੱਤ ਕਰਕੇ ਆਉਂਦੇ ਸਨ ਤੇ ਆਪਣੀ ਜਿੱਤ ਦੀ ਚਿੱਠੀ ਲਿਖਦੇ ਸਨ ਕਿ ਸਾਰੇ ਪਾਸੇ ਸਾਡਾ ਰਾਜ ਕਾਇਮ ਹੋ ਗਿਆ, ਤੇ ਫਿਰ ਦੂਜੇ ਰਾਜੇ ਦੇ ਉੱਪਰ ਕਬਜ਼ਾ ਕਰਨ ਦੇ ਲਈ ਲਿਖਦੇ ਸਨ ਉਸ ਚਿੱਠੀ ਦੇ ਵਿੱਚ ਕਿ ਮੇਰੇ ਕੋਲ ਇੰਨਾ ਦਲ, ਇੰਨੀਆਂ ਫੌਜਾਂ ਨੇ, ਤੇ ਜੇ ਕਰਕੇ ਤੂੰ ਜੰਗ ਚਾਹੁੰਦਾ ਤੇ ਜੰਗ ਕਰ ਲੈ, ਨਹੀਂ ਤਾਂ ਸਾਡੇ ਅਧੀਨ ਹੋ ਜਾ। ਉਹਨਾਂ ਦੇ ਕੋਲ ਸਭ ਕੁਝ ਹੁੰਦੇ ਹੋਇਆਂ ਚਿੱਠੀ ਲਿਖਦੇ ਸਨ ਕਿ ਸਾਡੇ ਕੋਲ ਇੰਨਾ ਸਾਜੋ ਸਮਾਨ ਹੈ। ਕਲਗੀਧਰ ਪਾਤਸ਼ਾਹ ਕਲਮ ਚੱਕਦੇ ਨੇ, ਪਰਸ਼ੀਅਨ ਦੇ ਵਿੱਚ ਲਿਖਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਔਰੰਗਜ਼ੇਬ ਨਾ ਮੇਰੇ ਕੋਲ ਸਾਜੋ ਭਾਵ, ਨਾ ਤਾਂ ਮੇਰੇ ਕੋਲ ਹਥਿਆਰ ਨੇ, ਨਾ ਬਾਜੋ ਬਾਜ ਕਹਿੰਦੇ ਨੇ ਫਾਰਸੀ ਦੇ ਵਿੱਚ ਘੋੜੇ ਨੂੰ, ਨਾ ਮੇਰੇ ਕੋਲ ਬਾਜ ਏ, ਨਾ ਮੇਰੇ ਕੋਲ ਘੋੜਾ ਏ, ਨਾ ਮੇਰੇ ਕੋਲ ਫੌਜਾਂ ਏ, ਤੇ ਨਾ ਫਰਸ਼। ਫਰਸ਼ ਫਾਰਸੀ ਦੇ ਵਿੱਚ ਕਹਿੰਦੇ ਨੇ ਜ਼ਮੀਨ ਨੂੰ। ਨਾ ਹੀ ਔਰੰਗਜ਼ੇਬ ਮੇਰੇ ਕੋਲ ਆਨੰਦਗੜ੍ਹ ਦਾ ਕਿਲਾ ਰਹਿ ਗਿਆ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਐਸ਼ੋ ਅਰਸ਼। ਔਰੰਗਜ਼ੇਬ ਮੇਰੇ ਕੋਲ ਅੱਜ ਕੁਝ ਵੀ ਨਹੀਂ, ਪਰ ਫਿਰ ਵੀ ਤੂੰ ਮੇਰੇ ਹੌਸਲੇ ਨੂੰ ਡੁਲਾ ਨਹੀਂ ਸਕਿਆ। ਅੱਜ ਗੁਰੂ ਕਲਗੀਧਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨਾ ਮੇਰੇ ਕੋਲ ਫੌਜਾਂ ਨੇ ਨਾ ਘੋੜੇ। ਇਸ ਲਈ ਔਰੰਗਜ਼ੇਬ ਤੂੰ ਜ਼ੋਰ ਤਾਂ ਬੜਾ ਲਾਇਆ ਪਰ ਮੇਰਾ ਕੁਝ ਵਿਗਾੜ ਨਹੀਂ ਸਕਿਆ। ਇੱਧਰ ਫੌਜਾਂ ਚੜ੍ਹ ਕੇ ਆਈਆਂ ਨੇ, ਸਤਿਗੁਰਾਂ ਨੇ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਪਹਿਲਾਂ ਨਾਰ ਖਾਂ ਆਇਆ। ਨਾਰ ਖਾਂ ਦੇ ਅੱਗੇ ਜਦੋਂ ਤਾਂ ਚੜ੍ਹਿਆ ਪੌੜੀ, ਸਤਿਗੁਰਾਂ ਨੇ ਆਪਣਾ ਕਮਾਨ ਹੱਥ ਦੇ ਵਿੱਚ ਫੜੀ ਹੈ, ਭੱਥੇ ਦੇ ਵਿੱਚੋਂ ਤੀਰ ਕੱਢਿਆ। ਸਤਿਗੁਰਾਂ ਨੇ ਚਿਲੇ ਦੇ ਚਾੜ ਕੇ ਜਦੋਂ ਪੂਰੇ ਬਲ ਦੇ ਨਾਲ ਸਤਿਗੁਰਾਂ ਨੇ ਤੀਰ ਨੂੰ ਖਿੱਚ ਕਰਕੇ ਛੱਡਿਆ, ਨਾਰ ਖਾਂ ਦੇ ਮੱਥੇ ਦੇ ਵਿੱਚ ਵੱਜਦਾ ਹੈ, ਮਰ ਕਰਕੇ ਥੱਲੇ ਡਿੱਗ ਜਾਂਦਾ। ਫਿਰ ਅਗਲੇ ਜਰਨੈਲ ਆਉਂਦੇ ਨੇ, ਦੂਜੇ ਦੇ ਸਿਰ ਦੇ ਉੱਪਰ ਗੁਰਜ ਮਾਰ ਕੇ ਸਤਿਗੁਰੂ ਜੀ ਮਾਰ ਕੇ ਸੁੱਟ ਦਿੰਦੇ ਨੇ। ਤੀਜਾ ਫਿਰ ਚੜ੍ਹ ਕੇ ਆਇਆ
ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਂ ਸੋਚਿਆ ਸੀ ਬੜਾ ਤਗੜਾ ਜਰਨੈਲ ਹੋਵੇਗਾ, ਔਰੰਗਜ਼ੇਬ ਤੇ ਨਾਮ ਮਰਦ ਨਿਕਲਿਆ, ਇਹ ਤਾਂ ਮੇਰੀ ਮਾਰ ਤੋਂ ਪਹਿਲਾਂ ਹੀ ਪੌੜੀ ਤੋਂ ਥੱਲੇ ਡਿੱਗ ਗਏ। ਸਤਿਗੁਰਾਂ ਨੇ ਫਿਰ ਜਥੇ ਭੇਜਣੇ ਸ਼ੁਰੂ ਕੀਤੇ ਨੇ। ਪਹਿਲਾਂ 3 ਜਥੇ ਗਏ ਨੇ, ਉਪਰੰਤ ਬਾਬਾ ਅਜੀਤ ਸਿੰਘ ਜੀ ਆਏ ਨੇ। ਪਿਤਾ ਜੀ ਆਗਿਆ ਬਖਸ਼ੋ। ਸਤਿਗੁਰਾਂ ਦੇ ਸਨਮੁਖ ਖੜੇ ਹੋਏ ਨੇ। ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਨੇ। ਪਾਤਸ਼ਾਹ ਜੀਆਂ ਨੇ ਥਾਪੜਾ ਦੇ ਕਰਕੇ ਸਜਾ ਕੇ ਬਾਬਾ ਅਜੀਤ ਸਿੰਘ ਜੀਆਂ ਨੂੰ ਭੇਜਿਆ। ਬਾਬਾ ਅਜੀਤ ਸਿੰਘ ਜੀਆਂ ਦੀ ਤਾਬੇ 8 ਸਿੰਘ ਗਏ ਨੇ। ਚਮਕੌਰ ਦੀ ਗੜੀ ਦਾ ਬੂਹਾ ਖੁੱਲਾ ਏ। ਵੇਖ ਕਰਕੇ ਮੁਗਲਾਂ ਨੂੰ ਲੱਗਾ ਕਿ ਕਲਗੀਧਰ ਪਾਤਸ਼ਾਹ ਜੀ ਆ ਗਏ ਨੇ, ਫੜ ਲਿਆ ਜਾਵੇ। ਤੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਕਹਿੰਦੇ ਜਦੋਂ ਇੰਨੀ ਗੱਲ ਸੁਣੀ ਨਾ ਸਤਿਗੁਰਾਂ ਦੇ ਫਰਜ਼ੰਦ ਨੇ ਕਿ ਜਦੋਂ ਕਿਹਾ ਗਿਆ ਕਿ ਕਲਗੀਧਰ ਪਿਤਾ ਜੀਆਂ ਦੇ ਬਾਬਤ ਕਿਹਾ ਗਿਆ, ਉਹਨਾਂ ਦੇ ਨਾਲ ਸਾਡਾ ਮੇਲ ਕੀਤਾ ਗਿਆ ਏ। ਬਾਬਾ ਅਜੀਤ ਸਿੰਘ ਜੀ ਜੰਗ ਨੂੰ ਛੱਡ ਕੇ ਇੱਕ ਵਾਰ ਖੜ ਕੇ ਬੜੇ ਰੋਹ ਦੇ ਵਿੱਚ ਆਏ। ਕਹਿਣ ਲੱਗੇ ਮੁਗਲੋ, ਕਲਗੀਧਰ ਪਾਤਸ਼ਾਹ ਜੀਆਂ ਦੀ ਰੀਸ ਨਹੀਂ ਹੋ ਸਕਦੀ, ਨਾ ਤਾਂ ਕਲਗੀਧਰ ਵਰਗਾ ਕੋਈ ਪਹਿਲਾਂ ਹੋਇਆ ਏ ਤੇ ਨਾ ਹੀ ਕੋਈ ਹੋ ਸਕਦਾ ਏ। ਮੈਂ ਤਿੰਨਾਂ ਦਾ ਜੇਠਾ ਫਰਜ਼ੰਦ ਤੁਹਾਡੇ ਸਾਹਮਣੇ ਆਇਆ, ਮੇਰੇ ਨਾਲ ਆ ਕੇ ਟੱਕਰਾ ਕਰੋ। ਬਾਬਾ ਅਜੀਤ ਸਿੰਘ ਜੀਆਂ ਦੇ ਨਾਲ ਟੱਕਰਾ ਹੋਇਆ, ਜੰਗ ਹੋਇਆ ਏ। ਬੜਾ ਲੰਮਾ ਸਮਾਂ ਜੰਗ ਚੱਲੀ ਏ, ਸਮਾਂ ਥੋੜਾ ਰਹਿ ਗਿਆ। ਆਪਾਂ ਛੇਤੀ ਦੇ ਨਾਲ ਸਮਾਪਤੀ ਦੇ ਵੱਲ ਵੱਧਦੇ ਤੁਰੇ ਜਾਈਏ। ਸਤਿਗੁਰਾਂ ਦੇ ਫਰਜ਼ੰਦ ਜੰਗ ਦੇ ਵਿੱਚ ਆਏ ਨੇ, ਬੜੇ ਜ਼ੋਰ ਵਿਖਾਏ ਨੇ ਤੇ ਜ਼ੋਰ ਵਿਖਾਉਂਦਿਆਂ ਵਿਖਾਉਂਦਿਆਂ ਸਮਾਂ ਆਇਆ। ਸਤਿਗੁਰਾਂ ਦੇ ਫਰਜ਼ੰਦ ਦੇ ਸਰੀਰ ਦੇ ਉੱਪਰ ਫੱਟ ਲੱਗੇ। ਮੁਗਲਾਂ ਨੇ ਸੀਸ ਦੇ ਉੱਪਰ ਗੋਲੀਆਂ ਦੇ ਵਾਰ ਕੀਤੇ। ਬੜੇ ਵਾਰ ਹੋਏ। ਬਾਬਾ ਅਜੀਤ ਸਿੰਘ ਜੀ ਲਾੜੀ ਮੌਤ ਨੂੰ ਵਿਆਹ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਪਿਤਾ ਸਤਿਗੁਰਾਂ ਨੇ ਗੜੀ ਦੇ ਵਿੱਚੋਂ ਉੱਚੀ ਆਵਾਜ਼ ਦੇ ਵਿੱਚ ਜਕਾਰੇ ਛੱਡੇ ਨੇ। ਦੂਸਰੇ ਫਰਜ਼ੰਦ ਸਤਿਗੁਰਾਂ ਜੀਆਂ ਦੇ ਪਿਆਰੇ ਸਾਹਮਣੇ ਆਏ। ਸੱਚੇ ਪਿਤਾ ਜੀਓ, ਸਾਨੂੰ ਵੀ ਆਗਿਆ ਦਿਓ, ਜੰਗ ਦੇ ਵਿੱਚ ਜਾ ਕੇ ਜ਼ੋਰ ਵਿਖਾ ਸਕੀਏ। ਉਸ ਵੇਲੇ ਫਿਰ ਪਿਆਰੇ ਕੋਲ ਆਏ, ਭਾਈ ਦਇਆ ਸਿੰਘ ਜੀ ਕੋਲ ਆਏ। ਸੱਚੇ ਪਾਤਸ਼ਾਹ, ਇੱਕ ਨਿਸ਼ਾਨੀ ਰੱਖ ਲਿਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ। ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ, ਜੇ ਗੜੀ ਤੋਂ ਬਾਹਰ ਜਾਵਾਂਗੇ ਲੋਕ ਕੀ ਕਹਿਣਗੇ ਕਿ ਤੁਸੀਂ ਪਿਤਾ ਸਤਿਗੁਰਾਂ ਦੇ ਲਾਡਲੇ ਸ਼ਹੀਦ ਕਰਵਾ ਦਿੱਤੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਜੇ ਤੁਸੀਂ ਇਹ ਨਹੀਂ ਨਾ ਸੁਣਨਾ ਚਾਹੁੰਦੇ ਤੇ ਮੈਂ ਵੀ ਨਹੀਂ ਸੁਣਨਾ ਚਾਹੁੰਦਾ ਕਿ ਪਿਤਾ ਨੇ ਪੁੱਤਰ ਰੱਖ ਲਏ ਤੇ ਸਿੱਖ ਵਾਰ ਦਿੱਤੇ ਨੇ। ਇਹ ਗੱਲ ਮੈਂ ਵੀ ਨਹੀਂ ਸੁਣਨਾ ਚਾਹੁੰਦਾ। ਸੱਚੇ ਪਾਤਸ਼ਾਹ ਜੀਆਂ ਨੇ ਦੂਸਰੇ ਪੁੱਤਰ ਨੂੰ ਤਿਆਰ ਕੀਤਾ ਹੈ। ਮਹਾਰਾਜ ਜੀਆਂ ਨੇ ਗੜੀ ਦਾ ਬੂਹਾ ਆਪ ਖੋਲ੍ਹਿਆ। ਮਹਾਰਾਜ ਜੀਆਂ ਦੇ ਫਰਜ਼ੰਦ ਜੰਗ ਦੇ ਮੈਦਾਨ ਵਿੱਚ ਗਏ ਨੇ ਤੇ ਮੁਖੜੇ ਦੇ ਉੱਪਰ ਝਲਕਾਰਾ ਐਵੇਂ ਪੈਂਦਾ ਏ ਜਿੱਦਾਂ ਕਲਗੀਧਰ ਪਾਤਸ਼ਾਹ ਆ ਗਏ ਹੋਣ। ਖੈਰਗੰਜ ਦਾ ਯੁੱਧ ਮਚਿਆ ਏ। ਦੂਸਰੇ ਫਰਜ਼ੰਦ ਸ਼ਹਾਦਤ ਨੂੰ ਪਾ ਗਏ ਨੇ। ਸ਼ਾਮ ਦਾ ਸਮਾਂ ਹੋਇਆ। ਇੱਧਰ ਸਤਿਗੁਰਾਂ ਨੇ ਰਹਿਰਾਸ ਸਾਹਿਬ ਜੀਆਂ ਦਾ ਜਾਪ ਕੀਤਾ, ਕੀਰਤਨ ਸੋਹਲੇ ਸਾਹਿਬ ਜੀਆਂ ਦਾ ਜਾਪ ਕੀਤਾ। ਉਪਰੰਤ ਸਤਿਗੁਰੂ ਜੀ ਆਪਣੇ ਮੁਖ ਦੇ ਵਿੱਚੋਂ ਪੰਕਤੀ ਪੜ੍ਹਦੇ ਨੇ। ਕੀ ਸਤਿਗੁਰੂ ਪੜ੍ਹਦੇ ਨੇ? ਦੇਹੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਣ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਸੱਚੇ ਪਾਤਸ਼ਾਹ ਜੀ ਆਪਣੇ ਮੁਖ ਦੇ ਵਿੱਚੋਂ ਪੜ੍ਹਦੇ। ਇੱਧਰ ਭਾਈ ਦਿਆਲ ਸਿੰਘ ਜੀਆਂ ਨੇ ਜਾਣ ਲਿਆ ਕਿ ਕਲਗੀਧਰ ਪਾਤਸ਼ਾਹ ਜੀ ਜੰਗ ਦੇ ਵਿੱਚ ਆਪ ਜਾਣਗੇ ਅੰਮ੍ਰਿਤ ਵੇਲੇ। ਇਹ ਗੱਲ ਨੂੰ ਸੋਚ ਕੇ ਭਾਈ ਦਿਆਲ ਸਿੰਘ ਜੀ ਕੋਲ ਗਏ, ਬੇਨਤੀ ਕੀਤੀ ਸਤਿਗੁਰੂ ਗੜੀ ਨੂੰ ਛੱਡ ਕੇ ਚਲੇ ਜਾਓ। ਪਾਤਸ਼ਾਹ ਨੇ ਮੰਨੀ ਨਾ। ਫਿਰ 5 ਸਿੰਘਾਂ ਨੂੰ ਲੈ ਕੇ ਭਾਈ ਦਿਆਲ ਸਿੰਘ ਜੀ ਆਏ ਨੇ ਤੇ 5 ਸਿੰਘਾਂ ਨੇ ਆ ਕੇ ਅੱਗੇ ਬੇਨਤੀ ਕੀਤੀ ਹੈ। ਕਿਉਂਕਿ ਕਈ ਕਹਿ ਦਿੰਦੇ 5 ਸਿੰਘਾਂ ਨੇ ਹੁਕਮ ਕੀਤਾ। ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ਪੁੱਤਰ ਜਿੱਡਾ ਮਰਜ਼ੀ ਵੱਡਾ ਹੋ ਜਾਵੇ ਪਿਤਾ ਦੇ ਅੱਗੇ ਹੁਕਮ ਨਹੀਂ ਕਰ ਸਕਦਾ। 5 ਨੇ ਬੇਨਤੀ ਕੀਤੀ ਆ ਕੇ ਕਿ ਸਤਿਗੁਰੂ ਜੀ ਜੇ ਕਰਕੇ ਅਸੀਂ ਸ਼ਹੀਦ ਹੋ ਜਾਈਏ ਪਾਤਸ਼ਾਹ ਤੇ ਤੁਸੀਂ ਇੱਥੇ ਚਲੇ ਜਾਓ। ਆਪ ਜੀ ਸਾਡੇ ਵਰਗੇ ਹਜ਼ਾਰਾਂ ਪੁੱਤਰ ਪੈਦਾ ਕਰ ਸਕਦੇ ਹੋ, ਪਰ ਜੇ ਕਰਕੇ ਪਿਤਾ ਸ਼ਹੀਦ ਹੋ ਜਾਵੇ ਤੇ ਪੁੱਤਰ ਪੈਦਾ ਨਹੀਂ ਕਰ ਸਕਦਾ। ਪਾਤਸ਼ਾਹ ਜੀਆਂ ਨੇ
ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵੇ ਲਿਖਦੇ ਨੇ, ਕਹਿੰਦੇ ਜਦੋਂ ਪੰਜਾਂ ਨੇ ਬੇਨਤੀ ਕੀਤੀ ਨਾ ਤੇ ਸਤਿਗੁਰਾਂ ਨੇ ਪੰਜਾਂ ਦੇ ਸਨਮੁਖ ਆਪਣਾ ਸੀਸ ਐਵੇਂ ਝੁਕਾ ਦਿੱਤਾ ਜਿਵੇਂ ਇੱਕ ਦਰਬਾਰੀ ਇੱਕ ਬਾਦਸ਼ਾਹ ਦੇ ਸਾਹਮਣੇ ਆਪਣਾ ਸਿਰ ਝੁਕਾ ਦਿੰਦਾ ਹੈ। ਪੰਜਾਂ ਨੂੰ ਇੰਨਾ ਉੱਚਾ ਰੁਤਬਾ ਦਿੱਤਾ ਸਤਿਗੁਰਾਂ ਨੇ। ਪਾਤਸ਼ਾਹ ਦੇ ਬਚਨ ਨੇ, ਸਿੱਖ ਪੰਚਨ ਮੈਂ ਮੇਰੋ ਬਾਸਾ, ਆਪਣਾ ਸੀਸ ਝੁਕਾ ਦਿੱਤਾ ਹੈ। ਮਹਾਰਾਜਿਆਂ ਨੇ ਪੰਜਾਂ ਸਿੰਘਾਂ ਨੂੰ ਫਿਰ ਸਾਹਮਣੇ ਖੜਿਆਂ ਕਰਕੇ ਇੱਥੇ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਗੁਰਤਾ ਗੱਦੀ ਬਖਸ਼ੀ। ਪੰਜਾਂ ਸਿੰਘਾਂ ਨੂੰ ਸਾਹਮਣੇ ਖੜਿਆਂ ਕਰਕੇ, ਜਿਨ੍ਹਾਂ ਪੰਜਾਂ ਦੇ ਵਿੱਚ ਭਾਈ ਦਇਆ ਸਿੰਘ ਜੀ ਖੜੇ ਨੇ, ਜਿਨ੍ਹਾਂ ਪੰਜਾਂ ਦੇ ਵਿੱਚ ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਸੰਗਤ ਸਿੰਘ ਜੀ ਖੜੇ ਨੇ, ਤਿੰਨਾਂ ਦੇ ਆਲੇ ਦੁਆਲੇ ਸਤਿਗੁਰਾਂ ਨੇ ਚਾਰ ਪਰਿਕਰਮਾ ਕਰਕੇ ਭਾਈ ਸੰਗਤ ਸਿੰਘ ਜੀਆਂ ਦੇ ਸੀਸ ਦੇ ਉੱਪਰ ਕਲਗੀ ਸਜਾ ਕਰਕੇ ਮਹਾਰਾਜ ਗੜੀ ਦੇ ਵਿੱਚੋਂ ਚੱਲਣ ਲੱਗੇ। ਪਰ ਪਾਤਸ਼ਾਹ ਨੇ ਕਿਹਾ ਸੀ 3 ਸਿੰਘ ਸਾਡੇ ਨਾਲ ਜਾਣਗੇ। ਮਹਾਰਾਜ ਜੀਆਂ ਨੂੰ ਸਿੱਖਾਂ ਨੇ ਕਿਹਾ ਪਾਤਸ਼ਾਹ ਆਪ ਜੀ ਚੋਣ ਕਰਿਓ। ਮਹਾਰਾਜ ਜੀਆਂ ਨੇ ਚੋਣ ਕੀਤੀ, ਭਾਈ ਦਇਆ ਸਿੰਘ ਜੀ ਨਾਲ ਚੱਲੇ ਨੇ, ਭਾਈ ਮਾਨ ਸਿੰਘ ਜੀ ਨਾਲ ਚੱਲੇ ਨੇ। ਇਸ ਤਰੀਕੇ ਦੇ ਨਾਲ 3 ਸਿੰਘ ਸਤਿਗੁਰਾਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਚੱਲੇ ਨੇ। ਸਿੱਖ ਕਹਿਣ ਲੱਗੇ ਪਾਤਸ਼ਾਹ ਜੀ ਚੁੱਪ ਚਪੀਤੇ ਜਾਣਾ ਏ। ਮਹਾਰਾਜ ਕਹਿਣ ਲੱਗੇ ਸਿੱਖੋ ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ, ਛਤਰੀਆਂ ਦਾ ਪੁੱਤ ਹਾਂ ਬਾਹਮਣਾਂ ਦਾ ਮੁੰਡਾ ਨਹੀਂ ਕਿ ਬੈਠ ਚੁੱਪ ਚਪੀਤੇ ਨਿਕਲ ਜਾਵਾਂ। ਛਤਰੀ ਧਰਮ ਨੂੰ ਪਾਲਾਂਗਾ, ਰਣਜੀਤ ਨਗਾਰੇ ਦੇ ਉੱਪਰ ਚੋਟਾਂ ਵੱਜਣਗੇ, ਉੱਚੀ ਆਵਾਜ਼ ਦੇ ਵਿੱਚ ਤਾੜੀ ਮਾਰ ਕੇ ਜਾਵਾਂਗੇ, ਚੁੱਪ ਚਪੀਤੇ ਗੜੀ ਦੇ ਵਿੱਚੋਂ ਜਾਣਾ ਨਹੀਂ। ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗੜੀ ਦੇ ਵਿੱਚੋਂ ਬਾਹਰ ਨਿਕਲੇ ਨੇ, ਰਣਜੀਤ ਨਗਾਰੇ ਤੇ ਚੋਟਾਂ ਵੱਜਦੀਆਂ ਨੇ। ਕਹਿੰਦੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਲੱਗੇਗਾ ਨਾ, ਅੰਧੇਰੀ ਰਾਤ ਸੀ, ਬੜੀ ਤੇਜ਼ ਰਫ਼ਤਾਰ ਦੇ ਨਾਲ ਝੱਖੜ ਝੁੱਲ ਗਿਆ। ਮੁਗਲ ਇੱਕ ਦੂਜੇ ਦੇ ਵਿੱਚ ਵੱਜਦੇ ਨੇ ਤੇ ਮਸ਼ਾਲਾਂ ਜਗਾ ਕੇ ਕੋਈ ਰਸਤਾ ਦਿੰਦਾ। ਕਲਗੀਧਰ ਪਾਤਸ਼ਾਹ ਜੀਆਂ ਨੇ ਤੀਰ ਮਾਰ ਕਰਕੇ ਮਸ਼ਾਲਾਂ ਬੁਝਾ ਦਿੱਤੀਆਂ ਤੇ ਸੱਚੇ ਪਾਤਸ਼ਾਹ ਜੀ ਖਵਾਜਾ ਮਰਦੂਦ ਦੇ ਖੇਮੇ ਵਿੱਚ ਗਏ ਨੇ, ਚੁੱਪ ਚਪੀਤੇ ਨਹੀਂ ਗਏ। ਜਿੱਥੇ ਖਵਾਜਾ ਮਰਦੂਦ ਦਾ ਤੰਬੂ ਲੱਗਾ ਪਾਤਸ਼ਾਹ ਜੀ ਉੱਥੇ ਗਏ ਨੇ ਤੇ ਉਥੋਂ ਖਵਾਜਾ ਮਰਦੂਦ ਆਪਣੀ ਜਾਨ ਬਚਾ ਕੇ ਭੱਜ ਗਿਆ। ਕਿਤੇ ਕਲਗੀਧਰ ਪਾਤਸ਼ਾਹ ਜੀ ਇੱਥੇ ਹੀ ਮੈਨੂੰ ਮਾਰ ਨਾ ਮੁਕਾਉਣ। ਪਾਤਸ਼ਾਹ ਜੀ ਚੱਲਦੇ ਨੇ ਇੱਧਰੋਂ ਮਾਛੀਵਾੜੇ ਦੇ ਵੱਲ। ਰਸਤੇ ਦੇ ਵਿੱਚ ਜਾਂਦਿਆਂ ਜਦੋਂ ਸਤਿਗੁਰਾਂ ਦੇ ਨਾਲ ਇੱਕ ਘਟਨਾ ਵਾਪਰਦੀ ਹੈ, ਬਸ ਉਹ ਘਟਨਾ ਦਾ ਜ਼ਿਕਰ ਕਰਕੇ ਫਤਿਹ ਦੀ ਸਾਂਝ ਪਾ ਦੇਣੀ ਹੈ। ਪਾਤਸ਼ਾਹ ਨੇ ਜਦੋਂ ਧਰੂ ਤਾਰੇ ਦੀ ਸੇਜ ਦੇ ਨਾਲ ਕਿਹਾ ਸੂਰਮਿਆਂ ਨੂੰ, ਭਾਈ ਦਇਆ ਸਿੰਘ ਜੀਆਂ ਨੂੰ, ਕਿ ਇਸ ਧਰੂ ਤਾਰੇ ਦੀ ਸੇਜ ਦੇ ਨਾਲ ਤੁਰੇ ਚੱਲਿਓ, ਅਸੀਂ ਜਾ ਕਰਕੇ ਮਿਲ ਜਾਵਾਂਗੇ। ਕਿਉਂਕਿ ਧਰੂ ਤਾਰਾ ਦਿਨ ਚੜ੍ਹੇ ਤੱਕ ਅਸਮਾਨ ਦੇ ਵਿੱਚ ਚਮਕਦਾ ਰਹਿੰਦਾ ਹੈ। ਪਾਤਸ਼ਾਹ ਜੀ ਚੱਲਦੇ ਚੱਲਦੇ ਅੱਗੇ ਪਹੁੰਚੇ ਨੇ। ਉੱਥੇ ਰਸਤੇ ਦੇ ਵਿੱਚ 2 ਗੁੱਜਰ ਸਨ। 2 ਗੁੱਜਰ ਮਿਲ ਕਰਕੇ ਆਪਣੇ ਵੱਗ ਨੂੰ ਚਾਰਦੇ ਪਏ ਨੇ। ਜਦੋਂ ਵੱਗ ਨੂੰ ਚਾਰਦੇ ਪਏ ਦੂਰੋਂ ਕੀ ਤੱਕਦੇ ਨੇ। ਇੱਕ ਦਾ ਨਾਂ ਅਲਫੂ ਸੀ। ਜਿਹੜਾ ਅਲਫੂ ਸੀ ਦੂਸਰੇ ਨੂੰ ਆਵਾਜ਼ ਦਿੰਦਾ ਏ, ਕਹਿਣ ਲੱਗਾ ਭਾਈ ਸੁਣਨਾ ਕਰ। ਉਹ ਸਾਹਮਣੇ ਜਿਹੜਾ ਤੁਰਿਆ ਜਾਂਦਾ ਮੈਨੂੰ ਲੱਗਦਾ ਏ ਕਿ ਗੁਰੂ ਕਲਗੀਧਰ ਨੇ। ਸੁਣਿਆ ਸੀ ਚਮਕੌਰ ਦੀ ਗੜੀ ਦੇ ਵਿੱਚ ਆਏ ਨੇ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਸੁਣਿਆ ਏ ਕਿਤੇ ਇੱਧਰ ਨੂੰ ਨਾ ਚੱਲ ਆਏ ਹੁਣ। ਇਹਨਾਂ ਦੇ ਸਿਰ ਦੇ ਉੱਪਰ ਬੜੇ ਤਗੜੇ ਇਨਾਮ ਹਨ। ਕਲਗੀਧਰ ਪਾਤਸ਼ਾਹ ਨੂੰ ਵੇਖ ਕੇ ਕੋਲ ਗਏ। ਜਦੋਂ ਜਾ ਕੇ ਦੋਵਾਂ ਗੁੱਜਰਾਂ ਨੇ ਆਪਣੇ ਵੱਗ ਨੂੰ ਛੱਡ ਕੇ ਕੋਲ ਜਾ ਕੇ ਪੁੱਛਿਆ, ਕਹਿਣ ਲੱਗੇ ਤੁਸੀਂ ਕਲਗੀਧਰ ਹੋ? ਮਹਾਰਾਜ ਕਹਿਣ ਲੱਗੇ ਬੜੀ ਨਿਮਰਤਾ ਦੇ ਵਿੱਚ, ਮਹਾਰਾਜ ਕਹਿਣ ਲੱਗੇ ਹਾਂ, ਸਾਨੂੰ ਹੀ ਸਿੱਖ ਸੰਗਤਾਂ ਕਲਗੀਧਰ ਕਹਿੰਦੀਆਂ ਨੇ। ਕਹਿਣ ਲੱਗੇ ਸੁਣਿਆ ਏ ਤੁਹਾਡੇ ਸਿਰ ਦੇ ਉੱਪਰ ਬੜੇ ਤਗੜੇ ਇਨਾਮ ਰੱਖੇ ਗਏ ਨੇ, ਤੁਹਾਨੂੰ ਫੜ ਕਰਕੇ ਮੈਂ ਜਾ ਕੇ ਬਾਦਸ਼ਾਹ ਨੂੰ ਦੇ ਦਿਆਂਗਾ। ਕਲਗੀਧਰ ਪਾਤਸ਼ਾਹ ਕਹਿੰਦੇ ਕਾਸੇ ਦੇ ਲਈ, ਕੀ ਕਰੋਗੇ? ਤੇ ਕਹਿਣ ਲੱਗੇ ਤੁਹਾਨੂੰ ਫੜਾ ਕਰਕੇ ਬੜੇ ਹੀ ਇਨਾਮ ਮਿਲਣਗੇ। ਸੱਚੇ ਪਾਤਸ਼ਾਹ ਕਹਿੰਦੇ ਇਨਾਮ ਦੇ ਲਾਲਚ ਵਿੱਚ
ਪਾਤਸ਼ਾਹ ਨੇ ਆਪਣੇ ਜਦੋਂ ਸੱਚੇ ਪਾਤਸ਼ਾਹ ਨੇ ਕੋਲ ਵੇਖੇ, ਮਹਾਰਾਜ ਜੀਆਂ ਨੇ ਖਜ਼ਾਨੇ ਦੇ ਵਿੱਚ ਹੱਥ ਪਾਇਆ, ਕੀ ਨਿਕਲਦਾ? ਵਿੱਚੋਂ ਕਹਿੰਦੇ ਸਤਿਗੁਰਾਂ ਦੇ ਕੋਲ ਇੱਕ ਸੋਨੇ ਦੀ ਮਾਲਾ ਸੀ, ਜੋ ਸਿੱਖ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਭੇਟਾ ਕੀਤੀ। ਪਾਤਸ਼ਾਹ ਨੇ ਸੋਨੇ ਦੀ ਮਾਲਾ ਇਹਨਾਂ ਦੋਵਾਂ ਗੁੱਜਰਾਂ ਨੂੰ ਦੇ ਦਿੱਤੀ ਏ ਤੇ ਮਾਲਾ ਲੈ ਕੇ ਬੜੇ ਖੁਸ਼ ਹੋਏ ਨੇ, ਪਰਾਂ ਹਟ ਗਏ ਨੇ। ਫੇਰ ਅੰਦਰ ਕਹਿੰਦੇ ਹਲਕ ਜਾਗਿਆ, ਲੋਭ ਆ ਗਿਆ ਏ ਅੰਦਰ। ਤੇ ਜਦੋਂ ਕਿਸੇ ਅੰਦਰ ਲੋਭ ਆ ਜਾਵੇ, ਹਲਕੇ ਆ ਜਾਵੇ, ਫਿਰ ਜਾਂ ਤਾਂ ਫਿਰ ਉਹਨੂੰ ਭਜਾ ਦਿੱਤਾ ਜਾਵੇ, ਜਾਂ ਤਾਂ ਫਿਰ ਮਾਰ ਹੀ ਦਿੱਤਾ ਜਾਂਦਾ। ਗੁੱਜਰ ਕੋਲ ਆਏ ਨੇ, ਲੋਭ ਆਇਆ ਕਿ ਮਾਲਾ ਤਾਂ ਮਿਲ ਗਈ, ਇਹ ਮਾਲਾ ਨੂੰ ਵੇਚ ਕੇ ਪੈਸੇ ਲੈ ਲਵਾਂਗੇ ਤੇ ਜੇ ਕਰਕੇ ਇਹਨਾਂ ਨੂੰ ਫੜਾ ਦਈਏ ਤੇ ਹਕੂਮਤ ਦੇ ਕੋਲੋਂ ਬੜਾ ਭਾਰੀ ਇਨਾਮ ਮਿਲੇਗਾ। ਲਾਲਚ ਦੇ ਵਿੱਚ, ਲੋਭ ਵਿੱਚ ਆ ਕੇ ਪਾਤਸ਼ਾਹ ਨੂੰ ਅੱਗੋਂ ਜਾ ਕੇ ਘੇਰ ਲਿਆ, ਹੱਥ ਦੇ ਵਿੱਚ ਡਾਂਗਾਂ ਫੜੀਆਂ ਨੇ। ਕਲਗੀਧਰ ਪਾਤਸ਼ਾਹ ਦੇ ਸਨਮੁਖ ਖੜ ਗਏ ਨੇ, ਕਹਿਣ ਲੱਗੇ ਤੁਹਾਨੂੰ ਫੜਨੇ ਆਏ ਆ। ਪਾਤਸ਼ਾਹ ਬੜੀ ਨਿਮਰਤਾ ਦੇ ਨਾਲ ਕਿਹਾ। ਮਹਾਰਾਜ ਕਹਿਣ ਲੱਗੇ ਸਾਡੇ ਰਸਤੇ ਦੇ ਵਿੱਚ ਰੁਕਾਵਟ ਨਾ ਬਣੋ, ਪਰਾਂ ਹਟ ਜਾਵੋ। ਬੜੇ ਪ੍ਰੇਮ ਨਾਲ ਸਤਿਗੁਰਾਂ ਨੇ ਆਖਿਆ। ਕਹਿਣ ਲੱਗੇ ਨਹੀਂ, ਤੁਹਾਨੂੰ ਫੜ ਕਰਕੇ ਤੇ ਹਕੂਮਤ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇੰਨੀ ਗੱਲ ਸੁਣੀ ਪਾਤਸ਼ਾਹ ਕਹਿਣ ਲੱਗੇ ਗੁਜਰੋ, ਤੁਸੀਂ ਲੋਭ ਦੇ ਵਿੱਚ ਆ ਗਏ, ਤੁਸੀਂ ਹਲਕਾਏ ਗਏ ਹੋ। ਤੇ ਜਦੋਂ ਭਾਵੇਂ ਕੁੱਤਾ ਮਾਲਕ ਨਹੀਂ ਪਾਲਿਆ ਹੋਵੇ ਨਾ, ਜਿਹੜੇ ਮਾਲਕ ਨੇ ਆਪਣੇ ਹੱਥਾਂ ਦੇ ਨਾਲ ਕੁੱਤੇ ਨੂੰ ਪਾਲਿਆ ਏ, ਤੇ ਜਦੋਂ ਕੁੱਤਾ ਹਲਕਾਇਆ ਜਾਂਦਾ ਏ ਨਾ ਆਪਣੇ ਹੱਥਾਂ ਦੇ ਨਾਲ ਹੀ, ਮਾਲਕ ਫਿਰ ਉਸ ਨੂੰ ਮਾਰ ਦਿੰਦਾ ਏ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਗੁਜਰੋ, ਤੁਹਾਡੇ ਅੰਦਰ ਹਲਕ ਆ ਗਿਆ, ਹਲਕਾਏ ਗਏ ਹੋ। ਮੈਂ ਨਹੀਂ ਚਾਹੁੰਦਾ ਆਪਣੀ ਤਲਵਾਰ ਨੂੰ ਬਾਹਰ ਕੱਢਣਾ, ਤੁਸੀਂ ਟਲ ਜਾਓ। ਕਹਿਣ ਲੱਗੇ ਨਹੀਂ। ਜਦੋਂ ਸੱਚੇ ਪਾਤਸ਼ਾਹ ਦੇ ਉੱਪਰ ਇਹਨਾਂ ਨੇ ਡਾਂਗਾਂ ਦੇ ਨਾਲ ਵਾਰ ਕਰਨ ਲੱਗੇ ਨੇ, ਕਲਗੀਧਰ ਪਾਤਸ਼ਾਹ ਜੀਆਂ ਨੇ ਫਿਰ ਜਿਵੇਂ ਜਫਰਨਾਮਾ ਸਾਹਿਬ ਦੇ ਵਿੱਚ ਲਿਖਦੇ ਨੇ, ਜਦੋਂ ਔਰੰਗਜ਼ੇਬ ਨੇ ਕਿਹਾ ਸੀ ਨਾ ਬਾਅਦ ਦੇ ਵਿੱਚ ਚਿੱਠੀਆਂ ਪਾ ਕੇ ਕਿ ਪਾਤਸ਼ਾਹ ਤੁਸੀਂ ਤਾਂ ਸੰਤ ਸੀ, ਤੁਸੀਂ ਤਲਵਾਰ ਨਾ ਕੱਢਦੇ, ਤੇ ਪਾਤਸ਼ਾਹ ਜੀ ਕਹਿਣ ਲੱਗੇ ਚੁੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੇਰ ਦਸਤ। ਔਰੰਗਜ਼ੇਬ ਤਲਵਾਰ ਨਹੀਂ ਸੀ ਚੱਕਣੀ, ਪਰ ਤੂੰ ਸਾਨੂੰ ਮਜਬੂਰ ਕਰ ਦਿੱਤਾ, ਇਸ ਲਈ ਸਾਡਾ ਹੱਥ ਛਤਰੀ ਦਾ ਧਰਮ ਹੈ। ਜਦੋਂ ਦੁੱਖ ਆ ਜਾਵੇ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਜਾਣਾ ਚਾਹੀਦਾ। ਅੱਜ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਉੱਪਰ ਸੰਕਟ ਆਏ ਨਾ, ਉਹਨਾਂ ਸਮਾਂ ਨਹੀਂ ਰੁਕਣਾ ਜਿੰਨਾ ਚਿਰ ਇਹਨਾਂ ਦੇ ਟੋਟੇ ਨਾ ਹੋਏ, ਜਿੰਨਾ ਚਿਰ ਵੱਢ ਕਰਕੇ ਨਾ ਸੁੱਟਿਆ ਗਿਆ। ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਕੇਵਲ ਕਿਸੇ ਸੰਪਰਦਾ, ਕਿਸੇ ਟਕਸਾਲ, ਕਿਸੇ ਨਿਹੰਗ ਜਥੇਬੰਦੀਆਂ ਦੀ ਨਹੀਂ, ਗੁਰੂ ਗ੍ਰੰਥ ਸਾਹਿਬ ਸਭ ਦੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬੇਅਦਬੀ ਕਰਨ ਵਾਲਾ ਸਾਡੇ ਕੋਲ ਖੜਾ ਹੈ, ਇਹ ਨਹੀਂ ਸਮੇਂ ਤੇ ਪੁਲਿਸ ਨੂੰ ਫੋਨ ਕਰ ਦਿੱਤਾ ਜਾਵੇ, ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ। ਇਹ ਤੇ ਭਾਈ ਸਰਕਾਰਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਨੇ, ਜਿਵੇਂ ਨਚਾਉਂਦੇ ਨੇ ਉਵੇਂ ਨੱਚਦੇ ਨੇ। ਇਹ ਆਪਣੀ ਜ਼ਿੰਮੇਵਾਰੀ ਬਣਦੀ, ਕਿਉਂਕਿ ਖਸਮ ਸਾਰਿਆਂ ਦਾ ਏ, ਕਿਸੇ ਇਕੱਲੇ ਬੰਦੇ ਦਾ ਨਹੀਂ। ਇਸ ਲਈ ਪਤਾ ਲੱਗਦਾ ਹੱਥ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਚੁੰਕਾਰ ਅਜ਼ ਹਮ ਹੀਲ ਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੇਰ ਦਸਤ। ਜਦੋਂ ਕਿਤੇ ਮੁਸੀਬਤ ਬਣ ਜਾਵੇ ਔਰੰਗਜ਼ੇਬ, ਫੇਰ ਮਜਬੂਰ ਕੀਤਾ ਤੂੰ ਪਹਿਲਾਂ ਸਾਨੂੰ, ਅਸੀਂ 8 ਮਹੀਨੇ ਚੁੱਪ ਕਰਕੇ ਬੈਠੇ ਸਾਂ, ਪਰ ਤੇਰੇ ਮਜਬੂਰ ਕਰਨ ਤੇ ਸਾਡਾ ਜਿਹੜਾ ਹੱਥ ਸਾਡੀ ਤਲਵਾਰ ਦੇ ਮੁੱਠੇ ਤੇ ਗਿਆ, ਇਸ ਲਈ ਸਾਨੂੰ ਤਲਵਾਰ ਚਲਾਉਣੀ ਪਈ। ਪਾਤਸ਼ਾਹ ਦਾ ਹੁਕਮ ਮੰਨ ਕੇ ਜਦੋਂ ਪਤਾ ਲੱਗਦਾ ਏ ਪਾਤਸ਼ਾਹ ਨੇ ਸ਼ਸਤਰ ਦਿੱਤੇ ਨੇ, ਤਲਵਾਰ ਦੇ ਮੁੱਠੇ ਦੇ ਹੱਥ ਜਾਣਾ ਚਾਹੀਦਾ ਏ, ਉਸੇ ਸਮੇਂ ਤੇ ਟੁਕੜੇ ਟੁਕੜੇ ਕੀਤੇ ਜਾਣ। ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਸਾਡੀ ਆਪਣੀ। ਪਾਤਸ਼ਾਹ ਨੇ ਜਦੋਂ ਵੇਖਿਆ ਗੁੱਜਰ ਹਲਕਾਏ ਗਏ ਨੇ, ਵਾਰ ਕੀਤਾ, ਸਤਿਗੁਰਾਂ ਨੇ ਆਪਣੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਨੂੰ ਨੰਗੀ ਕਰਕੇ ਬਾਹਰ ਕੱਢਿਆ। ਸਤਿਗੁਰਾਂ ਨੇ, ਮਹਾਰਾਜ ਜੀਆਂ ਨੇ ਉਹਨਾਂ ਦਾ ਵਾਰ ਰੋਕਿਆ। ਕਲਗੀਧਰ ਪਾਤਸ਼ਾਹ ਨੇ ਪਹਿਲ ਨਹੀਂ ਕੀਤੀ, ਫਿਰ ਸੱਚੇ ਪਾਤਸ਼ਾਹ ਨੇ ਆਪਣੀ ਤੇਗ ਭਗਉਤੀ ਦਾ ਵਾਰ ਕੀਤਾ ਹੈ। ਸੱਚੇ ਪਾਤਸ਼ਾਹ ਨੇ ਇੱਕੋ ਵਾਰ ਦੇ ਨਾਲ
ਦੋਵਾਂ ਗੁੱਜਰਾਂ ਦਾ ਜਿਹੜਾ ਸਿਰ ਲਾ ਕੇ ਥੱਲੇ ਸੁੱਟ ਦਿੱਤਾ। ਤੇ ਜਦੋਂ ਮਰ ਕੇ ਥੱਲੇ ਡਿੱਗੇ ਨਾ ਤੇ ਸਤਿਗੁਰੂ ਜੀ ਵਿਰਾਗ ਦੇ ਵਿੱਚ ਆ ਗਏ। ਮਹਾਰਾਜ ਕਹਿਣ ਲੱਗੇ, ਗੁਜਰੋ ਮੈਂ ਮਾਰਨਾ ਨਹੀਂ ਸੀ, ਮੇਰਾ ਨਹੀਂ ਸੀ ਚਿੱਤ ਕਰਦਾ ਤਲਵਾਰ ਨੂੰ ਬਾਹਰ ਕੱਢਣ ਦੇ ਲਈ, ਪਰ ਤੁਸਾਂ ਮਜਬੂਰ ਕਰ ਦਿੱਤਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸਾਂ ਮਜਬੂਰ ਕੀਤਾ, ਸਾਨੂੰ ਤਲਵਾਰ ਚਲਾਉਣੀ ਪਈ। ਮਹਾਰਾਜ ਗੁਜਰਦੇ ਹੋਏ ਮਾਛੀਵਾੜੇ ਪਹੁੰਚੇ ਨੇ। ਉੱਥੇ ਹਾਲ ਮੁਰੀਦਾਂ ਦਾ ਲਿਖਦੇ ਹੋਏ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਸਿੱਖ ਮਰੇ, ਸਿੱਖ ਮਿਲੇ ਨੇ। ਪਾਤਸ਼ਾਹ ਨੇ ਭਾਈ ਦਿਆਲ ਸਿੰਘ ਜੀਆਂ ਨੂੰ ਜਫਰਨਾਮਾ ਸਾਹਿਬ ਲਿਖ ਕੇ ਤੇ ਔਰੰਗਜ਼ੇਬ ਦੇ ਕੋਲ ਪਹੁੰਚਾਉਣਾ ਕੀਤਾ। ਔਰੰਗਜ਼ੇਬ ਨੇ ਜਫਰਨਾਮਾ ਸਾਹਿਬ ਜਦੋਂ ਪੜ੍ਹਿਆ, ਪੜ੍ਹਦੇ ਸਾਰ ਕਹਿੰਦੇ ਆਪਣੇ ਤਖਤ ਦੇ ਉੱਪਰ ਖੜਾ ਸੀ। ਜਫਰਨਾਮੇ ਨੂੰ ਪੜ੍ਹਦਿਆਂ ਸਾਰੀ ਤਖਤ ਦੇ ਉੱਪਰ ਡਿੱਗ ਪਿਆ, ਪਰ ਸਰੀਰ ਦੇ ਵਿੱਚੋਂ ਜਾਨ ਨਹੀਂ ਨਿਕਲੀ, ਕਿਉਂਕਿ ਥੱਲੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਪੜ੍ਹਦਾ ਨਹੀਂ ਸੀ ਤੇ ਕੋਲ ਇੱਕ ਕਾਜੀ ਖੜਾ ਸੀ, ਕਹਿੰਦਾ ਜਿੰਨਾ ਸਮਾਂ ਤੂੰ ਇਹ ਨਹੀਂ ਕਹਿੰਦਾ ਤੇਰੇ ਸਰੀਰ ਦੇ ਵਿੱਚੋਂ ਜਾਨ ਨਹੀਂ ਨਿਕਲਣੀ। ਤੇ ਔਰੰਗਜ਼ੇਬ ਕਹਿੰਦਾ ਮੈਂ ਪੜ੍ਹ ਨਹੀਂ ਸਕਦਾ। ਤੇ ਕਾਜੀ ਕਹਿਣ ਲੱਗਾ ਜੇ ਪੜ੍ਹ ਨਹੀਂ ਸਕਦਾ ਤਾਂ ਲਿਖ ਹੀ ਦੇ। ਫਿਰ ਔਰੰਗਜ਼ੇਬ ਨੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਲਿਖਿਆ ਉਸੇ ਜਗ੍ਹਾ ਦੇ ਉੱਪਰ ਔਰੰਗਜ਼ੇਬ ਦੀ ਜਾਨ ਨਿਕਲ ਗਈ ਸੀ। ਐਸੇ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਬੈਠੇ ਹਾਂ, ਉਹਨਾਂ ਦੀ ਯਾਦ ਦੇ ਵਿੱਚ ਮਿਲ ਕਰਕੇ ਅਸੀਂ ਰੋਜ਼ ਜੇ ਕਰਕੇ ਅਸੀਂ ਨੇਮ ਬਣਾ ਲਈਏ ਨਾ, ਰੋਜ਼ ਨਹੀਂ ਤਾਂ ਅੱਜ ਦਾ ਦਿਨ ਤੇ ਜਿੱਦਣ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਚਿਣਿਆ ਗਿਆ, ਉਦਣ ਦਾ ਦਿਨ ਘੱਟੋ ਘੱਟ 10-15 ਮਿੰਟ ਕੱਢ ਕਰਕੇ ਵੱਖਰੇ ਆਪਣੇ ਨਿਤਨੇਮ ਤੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੁੜ ਕਰਕੇ ਹੋ ਸਕੇ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ, ਨਹੀਂ ਤਾਂ ਫਿਰ ਮੂਲ ਮੰਤਰ ਸਾਹਿਬ ਦਾ ਪਾਠ ਕੀਤਾ ਜਾਵੇ। ਸਤਿਗੁਰੂ ਕਿਰਪਾ ਕਰਨ ਐਸੇ ਸਤਿਗੁਰਾਂ ਦੀ ਰਚਨਾ ਨੂੰ ਪੜ੍ਹਦੇ ਸੁਣਦੇ ਰਹੀਏ। ਕਈ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਸਮ ਗ੍ਰੰਥ ਦੇ ਉੱਪਰ ਵੀ ਬੜੀਆਂ ਟਿੱਪਣੀਆਂ ਕਰਦੇ ਨੇ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੀ ਐਸੀ ਵੀਰ ਅਸੀਂ ਬਾਣੀ ਨੂੰ ਵੀ ਪੜ੍ਹਨਾ ਚਾਹੀਦਾ। ਜਫਰਨਾਮਾ ਸਾਹਿਬ ਜਿਹਨੂੰ ਪੜ੍ਹ ਕਰਕੇ ਔਰੰਗਜ਼ੇਬ ਦੇ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ ਸੀ, ਐਸੇ ਔਰੰਗਜ਼ੇਬ ਦੇ ਜਫਰਨਾਮਾ ਸਾਹਿਬ ਜਿਹੜਾ ਕਲਗੀਧਰ ਪਾਤਸ਼ਾਹ ਨੇ ਲਿਖਿਆ, ਕੇਵਲ ਸਾਨੂੰ ਜਫਰਨਾਮਾ ਸਾਹਿਬ ਹੀ ਪੜ੍ਹ ਲੈਣਾ ਚਾਹੀਦਾ ਹੈ ਕਿ ਸਤਿਗੁਰਾਂ ਦੇ ਕੈਸੇ ਬੋਲ ਸਨ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਔਰੰਗਜ਼ੇਬ ਦੇ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ। ਐਡਾ ਤਗੜਾ ਬਾਦਸ਼ਾਹ ਕਿਸੇ ਦੇ ਕੋਲੋਂ ਮਰਦਾ ਨਹੀਂ ਸੀ, ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਹੀ ਮਾਰ ਦਿੱਤਾ। ਸਤਿਗੁਰਾਂ ਦੀ ਐਸੀ ਵੀਰ ਅਸੀਂ ਬਾਣੀ ਪੜ੍ਹਨਾ ਸੁਣਨਾ ਚਾਹੀਦਾ, ਜਿਹਨੂੰ ਪੜ੍ਹ ਸੁਣ ਕੇ ਸਾਡਾ ਜਿਹੜਾ ਜੀਵਨ ਹੈ ਇਹ ਸਫਲ ਹੋ ਜਾਵੇ। ਸੋ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਤੋਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਦੇਣਾ। ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਜੀ ਆ ਕੇ ਪਹੁੰਚੇ ਨੇ, ਤਿਨਾਂ ਨੂੰ ਬੜੇ ਹੀ ਪ੍ਰੇਮ ਦੇ ਨਾਲ ਆਪਾਂ ਸਰਵਣ ਕਰਦੇ ਚੱਲੀਏ ਜੀ। ਹੋਏ ਭੁੱਲ ਚੁੱਕਾਂ ਦੀ ਖਿਮਾ। ਸੋ ਇੱਕ ਬੇਨਤੀ ਹੋਰ, ਜੇ ਨੌਜਵਾਨਾਂ ਨੇ ਇਹਨਾਂ ਉਪਰਾਲਾ ਕੀਤਾ ਹੋਏ, ਸਾਨੂੰ ਇਹਨਾਂ ਦਾ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਜੇ ਕਰਕੇ ਅਸੀਂ ਇਹਨਾਂ ਦਾ ਸਾਥ ਨਾ ਦਈਏ ਫਿਰ ਤਾਂ ਜਿਹੜੀ ਪੀੜ੍ਹੀ ਹੈ ਦੂਜੇ ਪਾਸੇ ਨਸ਼ਿਆਂ ਦੇ ਵੱਲ ਪਤਤ ਹੁੰਦੀ ਜਾਂਦੀ। ਇਹਦੇ ਵਿੱਚ ਸਾਡਾ ਸਭ ਤੋਂ ਵੱਡਾ ਫਿਰ ਯੋਗਦਾਨ ਹੈ ਜਦੋਂ ਪਤਤ ਹੁੰਦੇ ਨੇ, ਕਿਉਂਕਿ ਜਦੋਂ ਚੰਗੇ ਉਪਰਾਲੇ ਕਰਦੇ ਨੇ ਉਦੋਂ ਤਾਂ ਅਸੀਂ ਇਹਨਾਂ ਦਾ ਸਾਥ ਨਹੀਂ ਦਿੰਦੇ, ਤੇ ਜੇ ਕਰਕੇ ਕੋਈ ਮਾੜੀ ਹਰਕਤ ਕਰ ਦਿੰਦੇ ਫਿਰ ਸਾਨੂੰ ਉਦੋਂ ਵੀ ਕਹਿਣਾ ਨਹੀਂ ਬਣਦਾ ਕਿ ਮਾੜਾ ਕਰਦੇ ਨੇ, ਕਿਉਂਕਿ ਚੰਗੇ ਕਰਨ ਸਮੇਂ ਤਾਂ ਅਸੀਂ ਸਾਥ ਨਹੀਂ ਦਿੱਤਾ ਤੇ ਮਾੜੇ ਕਰਨ ਲੱਗੇ ਬੜੀ ਉੱਚੀ ਆਵਾਜ਼ਾਂ ਮਾਰਦੇ ਆ ਕਿ ਮਾੜਾ ਕਰ ਦਿੱਤਾ। ਜੇ ਤਾਂ ਭਾਈ ਇਹਨਾਂ ਦੇ ਕੋਲੋਂ ਚੰਗਾ ਕਰਾਉਣਾ ਹੈ ਫਿਰ ਮਿਲ ਜੁਲ ਕੇ ਇਹਨਾਂ ਦਾ ਸਾਥ ਦਈਏ, ਤੇ ਜੇ ਕਰਕੇ ਇਹਨਾਂ ਦੇ ਕੋਲੋਂ ਮਾੜਾ ਕਰਾਉਣਾ ਹੈ ਤੇ ਫਿਰ ਭਾਈ ਇਹਨਾਂ ਦਾ ਸਾਥ ਨਾ ਦਵੋ, ਫਿਰ ਇਹ ਮਾੜਾ ਆਪ ਹੀ ਕਰ ਲਿਆ ਕਰਨਗੇ। ਤੇ ਜੇ ਕਰਕੇ ਚਾਹੁੰਦੇ ਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਪਾਸੇ ਲੱਗਣ ਤੇ ਫਿਰ ਨੌਜਵਾਨੀ ਦਾ ਰਲ ਮਿਲ ਕੇ ਸਾਥ ਦਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਭਾਈ ਦਿਲਪ੍ਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਕਥਾ ਸੁਣਾ ਕੇ ਆਪ ਸੰਗਤਾਂ ਨੂੰ ਨਿਹਾਲ ਕੀਤਾ ਹੈ।
ਜ਼ਰੂਰੀ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਵੀ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹ ਸਿੱਧੀਆਂ ਲੰਗਰ ਛਕ ਕੇ ਪੰਡਾਲ ਦੇ ਵਿੱਚ ਪਹੁੰਚੋ।